ਧਰਮਾ ਸੁਕਾਓ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰ ਅਰਸੋ ਕੁਰਸੋ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸਤ ਸੰਗਤ ਦਾ ਇਹ ਸਮਾਂ ਬਖਸ਼ਿਸ਼ ਕਰਦਿਆਂ ਹੋਇਆ ਗੁਰੂ ਕੀ ਬਾਣੀ ਪੜ੍ਹਨ ਵਾਸਤੇ ਸਰਵਨ ਕਰਨ ਵਾਸਤੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਵੇਲੇ ਗੁਰਬਾਣੀ ਦੀ ਕਥਾ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸ਼ਲੋਕ ਹੈ। ਇਸ ਵਾਰ ਦੇ ਵਿੱਚ ਮਹਾਰਾਜ ਜੀਆਂ ਨੇ 21 ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ ਨੇ। ਉਸ ਦੇ ਵਿੱਚੋਂ 12 ਸ਼ਲੋਕ ਜਿਹੜੇ ਹਨ ਉਹ ਆਪਾਂ ਸਰਵਨ ਕਰ ਚੁੱਕੇ ਹਾਂ। ਅੱਜ ਇਹ 953 ਅੰਗ ਦੇ ਉੱਪਰ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਹ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦਾ ਸ਼ਲੋਕ ਹੈ। ਪਾਤਸ਼ਾਹ ਫਰਮਾਉਂਦੇ ਹਨ ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਿਣਾ। ਮਹਾਰਾਜ ਸਾਹਿਬ ਜੀ ਨੂੰ ਪੁੱਛਿਆ, ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਕਿ ਮੂਰਖ ਨੂੰ ਕੌਣ ਕਹਿੰਦਾ ਹੈ ਤੇ ਕੌਣ ਸੁਣਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੋ ਪੁਰਸ਼ ਆਪ ਮੂਰਖ ਹੁੰਦਾ ਹੈ ਨਾ, ਉਹੀ ਭਾਈ ਮੂਰਖ ਦੇ ਕਹਿਣੇ ਨੂੰ ਸੁਣਦਾ ਹੈ। ਮੂਰਖ ਦੀ ਗੱਲ ਵੀ ਉਹ ਸੁਣੇਗਾ ਜਿਹੜਾ ਆਪ ਖੁਦ ਮੂਰਖ ਹੈ। ਮੂਰਖ ਤੋਂ ਭਾਵ ਹੈ ਗੁਰਮੁਖੋ ਮੂੰਹ ਰੱਖ, ਜਿਹਨੇ ਆਪਣਾ ਮੂੰਹ ਹੀ ਅੱਗੇ ਰੱਖਿਆ ਹੈ। ਮੂਰਖ ਸ਼ਬਦ ਦੇ ਜਿਹੜੇ ਅੱਖਰੀ ਅਰਥ ਨੇ ਉਹ ਇਹ ਕਰਦੇ ਨੇ ਵਿਦਵਾਨ, ਮੂੰਹ ਰੱਖ, ਜਿਹਨੇ ਆਪਣਾ ਮੂੰਹ ਅੱਗੇ ਰੱਖਿਆ ਹੈ। ਤਾਂ ਹੀ ਮਹਾਰਾਜ ਨੇ ਆਖਿਆ ਮੂਰਖ ਗੰਢ ਪਵੈ ਮੋਹ ਮਾਰ, ਜਿਹਨੇ ਮੂੰਹ ਅੱਗੇ ਰੱਖਿਆ ਹੈ ਉਹਦੇ ਮੂੰਹ 'ਤੇ ਜੁੱਤੀ ਮਾਰੇਗਾ ਤੇ ਤਾਂ ਹੀ ਉਹਦੇ ਨਾਲ ਤੇਰੀ ਕੋਈ ਸਮਾਂ ਨਿਭ ਸਕਦੀ ਹੈ, ਕੋਈ ਗੰਢ ਪੈ ਸਕਦੀ ਹੈ। ਰੋ ਵਿਚਾਰ ਪਾਤਸ਼ਾਹ ਕਹਿਣ ਲੱਗੇ ਮੂਰਖ ਪੁਰਸ਼ ਉਹ ਹੈ ਜਿਹੜਾ ਮੂਰਖ ਦੇ ਕਹਿਣੇ ਨੂੰ ਸੁਣਦਾ ਹੈ। ਮੂਰਖ ਦੀਆਂ ਗੱਲਾਂ ਸੁਣਨ ਵਾਲਾ ਮੂਰਖ ਹੈ। ਮੂਰਖ ਕੇ ਕਿਆ ਲਖਣ ਹੈ। ਮਹਾਰਾਜ ਜੀ ਜਿਹੜਾ ਮੂਰਖ ਹੈ ਉਹਦੇ ਲੱਛਣ ਕੀ ਨੇ, ਨਿਸ਼ਾਨੀਆਂ ਕੀ ਨੇ, ਕਿਰਪਾ ਕਰਕੇ ਆਪ ਜੀ ਦੱਸੋ।
ਇਹ ਸਿੱਖਾਂ ਨੇ ਬੇਨਤੀ ਕੀਤੀ ਹੈ। ਕਿਆ ਮੂਰਖ ਕਾ ਕਰਨਾ। ਤੇ ਮੂਰਖ ਦੇ ਕਰਤੱਵ ਕੀ ਹੁੰਦੇ ਨੇ, ਕੰਮ ਕੀ ਹੁੰਦੇ, ਕਿਵੇਂ ਪਤਾ ਲੱਗੇ? ਉਹਦੇ ਕੰਮਾਂ ਤੋਂ ਹੀ ਪਤਾ ਲੱਗੇਗਾ ਨਾ ਵੀ ਇਹ ਮੂਰਖ ਹੈ। ਪਾਤਸ਼ਾਹ ਜੀ ਮੂਰਖ ਦੇ ਕੰਮ ਕੀ ਹੁੰਦੇ, ਕਿਰਪਾ ਕਰਕੇ ਸਾਨੂੰ ਉਹ ਦੱਸ ਦੇਵੋ। ਅਤੇ ਇਸੇ ਤਰ੍ਹਾਂ ਉਹਦੇ ਲੱਛਣ ਕੀ ਨੇ, ਬਹਿਣਾ ਉੱਠਣਾ ਕਿਵੇਂ ਦਾ ਹੈ, ਉਹ ਵੀ ਸਾਨੂੰ ਦੱਸ ਦੇਵੋ। ਗੁਰਮੁਖੋ ਵਿਦਵਾਨਾਂ ਨੇ 6 ਤਰ੍ਹਾਂ ਦੇ ਲੱਛਣ ਮੂਰਖਾਂ ਦੇ ਲਿਖੇ ਨੇ। ਬਹੁਤਾ ਬੋਲੀ ਜਾਣਾ ਇਹ ਮੂਰਖ ਦਾ ਹੀ ਲੱਛਣ ਹੈ। ਐਵੇਂ ਬੋਲੀ ਜਾਣਾ, ਹਰ ਵੇਲੇ ਬੋਲੀ ਜਾਣਾ, ਇਹ ਮੂਰਖ ਦਾ ਇੱਕ ਲੱਛਣ ਹੈ। ਜਾਂ ਬਿਲਕੁਲ ਚੁੱਪ ਹੀ ਕੀਤੇ ਰਹਿਣਾ, ਬੋਲਣਾ ਹੀ ਨਾ ਕਿਸੇ ਦੇ ਨਾਲ। ਜੇ ਕੋਈ ਗੱਲਬਾਤ ਕਰੇ ਤੇ ਅੱਗੋਂ ਕੋਈ ਉੱਤਰ ਹੀ ਨਾ ਦੇਣਾ, ਚੁੱਪ ਕਰਕੇ, ਇਹ ਦੂਜਾ ਲੱਛਣ ਹੈ ਮੂਰਖ ਦਾ। ਇਹ ਮੂਰਖ ਦੇ 2 ਲੱਛਣ ਨੇ। ਬਹੁਤਾ ਬੋਲੀ ਜਾਣਾ, ਲੋੜ ਤੋਂ ਵੱਧ ਬੋਲਣਾ, ਉਹਨੂੰ ਮੂਰਖ ਆਖਿਆ ਹੈ। ਜਾਂ ਬੁਲਾਉਣ 'ਤੇ ਬਿਲਕੁਲ ਵੀ ਨਾ ਬੋਲਣਾ, ਚੁੱਪ ਹੀ ਰਹਿਣਾ, ਉਹਨੂੰ ਵੀ ਮੂਰਖ ਆਖਿਆ ਹੈ। ਤੀਜਾ ਲੱਛਣ ਇਹ ਹੈ ਮੂਰਖ ਦਾ ਕਿ ਆਪਣੇ ਸਰੀਰ ਦੀ ਕਿਰਿਆ ਕਰਕੇ ਮੁੜ ਕੇ ਸਫਾਈ ਨਾ ਰੱਖਣੀ। ਮੰਨ ਲਓ ਕਿ ਲੈਟਰਿੰਗ ਬਾਥਰੂਮ ਦੀ ਕਿਰਿਆ ਕਰਦਾ ਹੈ, ਜਾਂਦਾ ਹੈ, ਬਾਅਦ ਵਿੱਚ ਹੱਥ ਵੀ ਸੁੱਚੇ ਨਾ ਕਰਨੇ, ਹੱਥ ਵੀ ਨਾ ਧੋਣੇ। ਸੋ ਇਹ ਮੂਰਖ ਦੀ ਤੀਜੀ ਨਿਸ਼ਾਨੀ ਹੈ ਵੀ ਸਰੀਰ ਦੀ ਕਿਰਿਆ ਤੇ ਕਰਦਾ ਹੈ, ਹੱਥ ਗੰਦੇ ਨੇ, ਹੱਥਾਂ ਨੂੰ ਸਾਫ਼ ਵੀ ਨਹੀਂ ਕੀਤਾ, ਇਹ ਤੀਜਾ ਲੱਛਣ ਹੈ। ਤੇ ਚੌਥਾ ਲੱਛਣ ਲਿਖਿਆ ਮੂਰਖ ਦਾ ਕਿ ਜੇ ਹੱਥ ਧੋਣ ਲੱਗ ਹੀ ਪਿਆ, ਮੁੜ ਕੇ ਧੋਤੀ ਜਾਣੇ, ਹਟਣਾ ਹੀ ਨਾ ਵੀ 2-4 ਬਾਲਟੀਆਂ ਰੇਤਾ ਦੀਆਂ ਲੈ ਕੇ ਆਓ, ਮੇਰੇ ਤੇ ਹੱਥ ਤਾਂ ਸਾਫ਼ ਹੋਣਗੇ। 5-7 ਟਿੱਕੀਆਂ ਸਾਬਣ ਦੀਆਂ ਲੈ ਕੇ ਆਓ, ਜਿੰਨਾ ਚਿਰ ਉਹ ਘਸ ਨਹੀਂ ਜਾਂਦੀਆਂ, ਮੁੱਕ ਨਹੀਂ ਜਾਂਦੀਆਂ, ਉਹਨਾਂ ਚਿਰ ਮੈਂ ਹਟਣਾ ਹੀ ਨਹੀਂ ਹੈ। ਸਾਬਣ ਨੂੰ ਘਸਾ ਕੇ ਰੋੜੀ ਜਾਣਾ, ਇਹ ਮੂਰਖ ਦਾ ਲੱਛਣ ਹੈ। ਜਾਂ ਤਾਂ ਬਿਲਕੁਲ ਹੀ ਹੱਥ ਸੁੱਚੇ ਨਹੀਂ ਕਰਨੇ, ਜਾਂ ਫਿਰ ਜੇ ਲੱਗ ਪੈਣਾ ਤਾਂ ਹੱਥ ਵੀ ਰਗੜ ਕੇ ਛਿੱਲ ਲੈਣੇ। ਇਹ ਐਸੀਆਂ ਨਿਸ਼ਾਨੀਆਂ ਮੂਰਖਾਂ ਦੀਆਂ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੀਆਂ ਨੇ। ਮਹਾਰਾਜ ਜੀ ਇੱਥੇ ਬਚਨ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ ਮੂਰਖ ਕੇ ਕਿਆ ਲੱਖਣ ਹੈ। ਇਹ ਮੂਰਖ ਦੀਆਂ ਨਿਸ਼ਾਨੀਆਂ ਜਿਹੜੀਆਂ ਆਪਾਂ ਸਰਵਨ ਕੀਤੀਆਂ। ਕਿਆ ਮੂਰਖ ਕਾ ਕਰਨਾ, ਹੁਣ ਮੂਰਖ ਕੰਮ ਕਿਹੋ ਜਿਹਾ ਕਰਦਾ ਉਹ ਵੀ ਆਪਾਂ ਸੁਣ ਲਿਆ ਵੀ ਮੂਰਖ ਦੇ ਕੰਮ ਇਹੋ ਜਿਹੇ ਹੁੰਦੇ। ਮਹਾਰਾਜ ਫਰਮਾਉਂਦੇ ਹਨ ਮੂਰਖ ਉਹ ਜੇ ਮੁਗਧ ਹੈ। ਮਹਾਰਾਜ ਕਹਿਣ ਲੱਗੇ ਭਾਈ ਮੂਰਖ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਮੁਗਧ ਹੈ। ਮੁਗਧ ਤੋਂ ਭਾਵ ਹੈ ਜਿਹੜਾ ਜੜ ਹੈ। ਜਿਵੇਂ ਪੱਥਰ ਨੂੰ ਜੜ ਮੰਨਿਆ ਹੈ, ਰੁੱਖ ਨੂੰ ਜੜ ਮੰਨਿਆ ਹੈ, ਮੂਰਖ ਦੇ ਐਸੇ ਲੱਛਣ ਹੋਇਆ ਕਰਦੇ। ਭਾਵ ਇਹ ਹੈ ਵੀ ਉਸ ਨੂੰ ਸੰਸਾਰ ਦੇ ਵਿਹਾਰ ਦੀ ਗਿਆਤ ਨਹੀਂ ਹੈ। ਹੁਣ ਪੱਥਰ ਨੂੰ ਨਹੀਂ ਨਾ ਪਤਾ ਸੰਸਾਰ ਦੇ ਵਿਹਾਰ ਬਾਰੇ। ਮੂਰਖ ਉਹ ਹੈ ਜਿਸ ਨੂੰ ਮੁਗਧ ਕਿਹਾ ਹੈ। ਮੁਗਧ ਤੋਂ ਭਾਵ ਇਹ ਹੈ ਵੀ ਉਹ ਜੜ ਹੈ। ਜੜ ਤੋਂ ਭਾਵ ਇਹ ਲੈ ਲੈਣਾ ਹੈ ਉਹਨੂੰ ਸੰਸਾਰ ਬਾਰੇ ਪਤਾ ਹੀ ਕੋਈ ਨਹੀਂ ਵੀ ਸੰਸਾਰ ਦਾ ਵਿਹਾਰ ਕਿਸ ਤਰ੍ਹਾਂ ਦਾ ਹੈ। ਨਾ ਤੇ ਸੰਸਾਰ ਬਾਰੇ ਪਤਾ ਹੈ, ਨਾ ਹੀ ਉਹਨੂੰ ਪਰਮਾਰਥ ਦਾ ਪਤਾ ਹੈ। ਰੱਬ ਦੀ ਗਿਆਤ ਵੀ ਕੋਈ ਨਹੀਂ ਹੈ। ਰੱਬ ਵਾਲੇ ਪਾਸਿਓਂ ਵੀ ਮਰਿਆ ਹੋਇਆ ਹੈ, ਦੁਨੀਆ ਵਾਲੇ ਪਾਸਿਓਂ ਵੀ ਮਰਿਆ, ਉਹਨੂੰ ਮੂਰਖ ਆਖਿਆ ਹੈ। ਜਿਹਨੂੰ ਦੁਨੀਆਦਾਰੀ ਦਾ ਪਤਾ ਹੀ ਨਾ ਹੋਵੇ, ਵੱਡੇ ਛੋਟੇ ਨੂੰ ਕਿਵੇਂ ਬੁਲਾਉਣਾ ਹੈ, ਕਿਸੇ ਨੂੰ ਕੀ ਸਤਿਕਾਰ ਦੇਣਾ ਹੈ, ਕਿਸੇ ਨੂੰ ਕੀ ਕਹਿਣਾ ਜਾਂ ਕੀ ਸੁਣਨਾ, ਇਹ ਮੂਰਖ ਦੀ ਨਿਸ਼ਾਨੀ ਹੈ। ਸੰਸਾਰੀ ਤੌਰ 'ਤੇ ਪਤਾ ਨਾ ਹੋਣਾ। ਵਿਦਵਾਨਾਂ ਨੇ ਇੱਕ ਸਾਖੀ ਸਰਵਣ ਕਰਵਾਈ ਹੈ ਸਮਝਣ ਵਾਸਤੇ। ਕਹਿਣ ਲੱਗੇ ਕਿਸੇ ਦੇ ਘਰ ਵਿੱਚ ਜਵਾਨ ਲੜਕੇ ਦੀ ਮੌਤ ਹੋਈ ਹੈ ਅਤੇ ਉਸ ਵੇਲੇ ਬਜ਼ੁਰਗ ਨੇ ਆਪਣੇ ਵੱਡੇ ਪੁੱਤਰ ਨੂੰ ਭੇਜਿਆ। ਕਹਿਣ ਲੱਗਾ ਜਾ ਪੁੱਤਰ ਜਾ ਕੇ ਅਫਸੋਸ ਕਰਕੇ ਆ। ਪੁੱਤਰ ਨੇ ਪੁੱਛਿਆ, ਕਹਿਣ ਲੱਗਾ ਪਿਤਾ ਜੀ ਮੈਂ ਜਾ ਕੇ ਉੱਥੇ ਕੀ ਕਵਾਂਗਾ। ਕਹਿਣ ਲੱਗਾ ਕਹਿਣਾ ਕੀ ਹੈ, ਜੋ ਦੂਜੇ ਕਹਿਣਗੇ ਸੁਣ ਕੇ ਤੂੰ ਵੀ ਉਹ 2-4 ਗੱਲਾਂ ਕਹਿ ਦੇਵੇਂ। ਕਹਿਣ ਲੱਗਾ ਠੀਕ ਹੈ, ਚਲਾ ਗਿਆ। ਮਾੜੀ ਕਿਸਮਤ ਨੂੰ ਜਾ ਕੇ ਵਿਰੋਧੀਆਂ ਦੇ ਕੋਲ ਬੈਠ ਗਿਆ। ਜਿਹੜੇ ਵਿਰੋਧੀ ਸੀ ਨਾ ਉਹਨਾਂ ਦੇ ਕੋਲ ਬੈਠ ਗਿਆ। ਉਹ ਗੱਲਾਂ ਕਰਦੇ ਪਏ, ਕਹਿੰਦੇ ਚੰਗਾ ਹੀ ਹੋਇਆ ਹੈ ਮਰ ਗਿਆ ਹੈ, ਇਹਨੇ ਪਿੰਡ ਨੂੰ ਬੜਾ ਦੁੱਖ ਦਿੱਤਾ ਸੀ, ਇਹ ਬੜਾ ਹੀ ਮਾੜੇ ਸੁਭਾਅ ਦਾ ਬੰਦਾ ਸੀ। ਹੁਣ ਇਹ ਤਾਂ ਸੋਚਿਆ ਨਹੀਂ ਵੀ ਇਹ ਗੱਲਾਂ ਨਹੀਂ ਕਰਨੀਆਂ। ਇਸੇ ਤਰ੍ਹਾਂ ਹੀ ਪਰਿਵਾਰ ਨੂੰ ਕਹਿ ਦਿੱਤਾ। ਪਰਿਵਾਰ ਵਾਲਿਆਂ ਨੇ ਫੜ ਕੇ ਉਸ ਨੂੰ ਕੁੱਟਿਆ। ਕੁੱਟ ਖਾ ਕੇ ਘਰ ਆ ਗਿਆ। ਬਾਪੂ ਨੂੰ ਆ ਕੇ ਦੱਸਦਾ, ਬਾਪੂ ਤੂੰ ਇਸ ਤਰ੍ਹਾਂ ਆਖਿਆ, ਮੈਂ ਆਹ ਗੱਲਾਂ ਕਹੀਆਂ। ਉਹ ਕਹਿਣ ਲੱਗਾ ਪੁੱਤਰਾ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਹੁਣ ਆਪਣੇ ਛੋਟੇ ਪੁੱਤਰ ਨੂੰ ਭੇਜਿਆ ਵੀ ਜਾ ਕੇ ਤੂੰ ਪਰਚਾਉਣੀ ਕਰਕੇ ਆ। ਛੋਟਾ ਪੁੱਤਰ ਗਿਆ। ਉਹ ਉੱਥੇ ਬੈਠਾ ਤੇ ਜ਼ਰੂਰ ਰਿਹਾ ਪਰ ਬੋਲਿਆ ਨਹੀਂ, ਸੰਗ ਗਿਆ, ਡਰ ਗਿਆ ਵੀ ਵੱਡੇ ਭਰਾ ਨੂੰ ਕੁੱਟ ਪਈ ਹੈ, ਕਿਤੇ ਮੇਰੇ ਕੋਲੋਂ ਮਾੜਾ ਸ਼ਬਦ ਨਾ ਨਿਕਲੇ। ਛੋਟਾ ਬਿਨਾਂ ਕੁਝ ਕਹਿਣ ਤੋਂ ਹੀ ਉੱਠ ਕੇ ਆ ਗਿਆ।
ਬਜ਼ੁਰਗ ਨੇ ਫਿਰ ਪੁੱਛਿਆ, ਪੁੱਤਰਾ ਪਰਚਾਉਣੀ ਕਰ ਆਇਆ? ਕਹਿਣ ਲੱਗਾ, ਜੀ ਨਹੀਂ ਮੈਂ ਤੇ ਡਰ ਗਿਆ ਸੀ, ਮੈਂ ਕੋਈ ਨਹੀਂ ਬਚਨ ਕੀਤਾ ਹੈ। ਹੁਣ ਤੀਜੀ ਵਾਰੀ ਆਪ ਚਲੇ ਗਿਆ ਬਜ਼ੁਰਗ, ਜਾ ਕੇ ਨਾਲੇ ਤੇ ਅਫਸੋਸ ਕੀਤਾ, ਮਾੜਾ ਹੋਇਆ ਭਾਈ ਤੁਹਾਡਾ ਪੁੱਤਰ ਪੂਰਾ ਹੋ ਗਿਆ। ਨਾਲ ਆਪਣੇ ਪੁੱਤਰਾਂ ਦੀ ਮਾफ़ੀ ਮੰਗੀ ਵੀ ਛੋਟਾ ਪੁੱਤਰ ਆਇਆ, ਉਹਨੇ ਕੋਈ ਬਚਨ ਹੀ ਨਹੀਂ ਕੀਤਾ, ਚੁੱਪ ਕਰਕੇ ਚਲਾ ਗਿਆ। ਵੱਡਾ ਆਇਆ, ਉਹਨੇ ਮਾੜੇ ਬਚਨ ਕੀਤੇ, ਇਹ ਨਹੀਂ ਸਨ ਕਹਿਣੇ ਚਾਹੀਦੇ। ਪਰ ਗਾਂ ਤੋਂ ਮੈਂ ਪੂਰਾ ਧਿਆਨ ਰੱਖਾਂਗਾ, ਜਦੋਂ ਹੁਣ ਤੁਹਾਡਾ ਕੋਈ ਮਰੇਗਾ ਫਿਰ ਮੈਂ ਆਪ ਹੀ ਆਵਾਂਗਾ, ਹੁਣ ਮੈਂ ਆਪਣੇ ਮੁੰਡਿਆਂ ਨੂੰ ਨਹੀਂ ਭੇਜਾਂਗਾ। ਉਹਨਾਂ ਨੇ ਫੜ ਕੇ ਬਾਪੂ ਨੂੰ ਢਾਲਿਆ ਉੱਥੇ ਵੀ ਤੂੰ ਸਾਡਾ ਹੀ ਮਰਿਆ ਤਾਂ ਮਾੜਾ ਸੋਚਦਾ ਪਿਆ। ਮਹਾਰਾਜ ਕਹਿੰਦੇ ਇਹ ਮੂਰਖਾਂ ਦੇ ਲੱਛਣ ਨੇ। ਇੱਕ ਮੂਰਖ ਹੈ, ਇੱਕ ਮਹਾ ਮੂਰਖ ਹੈ। ਮੂਰਖ ਉਹ ਹੈ ਜਿਹੜਾ ਮਾੜੇ ਸ਼ਬਦ ਕਹਿ ਕੇ ਆਇਆ। ਮਹਾਂ ਮੂਰਖ ਉਹ ਹੈ ਜਿਹੜਾ ਕਹਿੰਦਾ ਵੀ ਹੁਣ ਮੈਂ ਹੀ ਆਵਾਂਗਾ ਜਦੋਂ ਕੋਈ ਮਰੇਗਾ। ਇਹ ਮਹਾਂਪੁਰਖ ਦੇ ਲੱਛਣ ਨੇ। ਮਹਾਰਾਜ ਕਹਿਣ ਲੱਗੇ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੇ ਮੂਰਖਾਂ ਦੇ ਬਚਨ ਕਹੇ। ਮਹਾਰਾਜ ਕਹਿਣ ਲੱਗੇ, ਮੂਰਖ ਉਹ ਜੇ ਮੁਗਧ ਹੈ। ਮੂਰਖ ਉਹਨੂੰ ਕਿਹਾ ਜਿਹਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਵੀ ਦੁਨੀਆ ਵਿੱਚ ਕਰਨਾ ਕੀ ਹੈ। ਜਿਵੇਂ ਹੁਣੇ ਆਪਾਂ ਸਾਖੀ ਸਰਵਣ ਕੀਤੀ ਹੈ, ਉਹਨੂੰ ਇਹ ਹੀ ਨਹੀਂ ਪਤਾ ਵੀ ਮੈਂ ਕਿਸੇ ਦੀ ਮਰਗ 'ਤੇ ਆਇਆ, ਮੈਂ ਇੱਥੇ ਸ਼ਬਦ ਕੀ ਕਹਿਣੇ ਨੇ। ਬਾਅਦ ਵਿੱਚ ਬਾਪੂ ਗਿਆ, ਬਾਪੂ ਨੇ ਵੀ ਇਹ ਨਹੀਂ ਸੋਚਿਆ ਵੀ ਮੈਂ ਜਿਹੜੀ ਗੱਲ ਕਹਿੰਦਾ ਪਿਆ ਹਾਂ ਇਹਦਾ ਭਾਵ ਕੀ ਹੈ। ਇਹ ਮੂਰਖ ਦੀਆਂ ਨਿਸ਼ਾਨੀਆਂ ਨੇ। ਜਿਹਨੂੰ ਦੁਨੀਆਦਾਰੀ ਦਾ ਨਾ ਪਤਾ ਹੋਵੇ, ਨਾ ਵਿਵਹਾਰ ਦਾ ਪਤਾ ਵੀ ਕਿਹੜਾ ਕੰਮ ਕਦੋਂ ਕਰਨਾ ਹੈ, ਇਹ ਮੂਰਖ ਹੈ। ਦੂਜਾ ਮੂਰਖ ਦੀ ਗੱਲ ਇਹ ਹੈ ਵੀ ਜਿਹਨੂੰ ਰੱਬ ਦੀ ਸੋਝੀ ਨਾ ਹੋਵੇ, ਪਰਮਾਰਥ ਦਾ ਹੀ ਗਿਆਨ ਨਾ ਹੋਵੇ, ਮੈਂ ਦੁਨੀਆ 'ਤੇ ਆਇਆ ਕਾਹਦੇ ਵਾਸਤੇ ਹਾਂ। ਉਹਨਾਂ ਉਸ ਗਿਣਤੀ ਵਿੱਚ ਗੁਰਮੁਖੋ ਆਪਾਂ ਵੀ ਆ ਜਾਂਦੇ ਹਾਂ। ਪਤਾ ਸਾਨੂੰ ਵੀ ਕੋਈ ਨਹੀਂ ਹੈ ਦੁਨੀਆ ਦੇ ਵਿੱਚ ਵੀ ਅਸੀਂ ਦੁਨੀਆ 'ਤੇ ਆਏ ਕਿਉਂ ਹਾਂ। ਜਿਹਨੂੰ ਪਰਮਾਰਥ ਦਾ ਗਿਆਨ ਨਾ ਹੋਵੇ ਉਸ ਨੂੰ ਮੂਰਖ ਆਖਿਆ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ। ਅਤੇ ਮਹਾਰਾਜ ਕਹਿਣ ਲੱਗੇ, ਮੂਰਖ ਜਿਹੜਾ ਹੈ ਨਾ ਉਹ ਹੰਕਾਰ ਦੇ ਵਿੱਚ ਹੀ ਮਰਦਾ ਰਹਿੰਦਾ ਹਰ ਵੇਲੇ। ਮੇਰੇ ਵਰਗਾ ਕੋਈ ਨਹੀਂ ਹੈ, ਮੈਂ ਆਹ ਕੰਮ ਕੀਤਾ, ਮੈਂ ਇਸ ਤਰ੍ਹਾਂ ਕਰ ਦਿੱਤਾ, ਮੇਰੀ ਸਿਫਾਰਿਸ਼ ਬਣੀ ਹੈ, ਮੇਰਾ ਹੁਕਮ ਚੱਲਿਆ, ਮੇਰੇ ਤੇ ਕਰਮੀ ਬੜੇ ਚੰਗੇ ਨੇ, ਮੇਰੇ ਪੈਰ ਬੜੇ ਭਾਗਾਂ ਵਾਲੇ, ਜਿੱਥੇ ਪਾ ਦੇਵਾਂ ਉੱਥੇ ਇਸ ਤਰ੍ਹਾਂ ਹੋ ਜਾਂਦਾ ਹੈ। ਕਹਿਣ ਲੱਗੇ, ਮੂਰਖ ਦਾ ਭਾਈ ਇਹ ਵੀ ਲੱਛਣ ਇੱਕ ਹੈ ਕਿ ਹਰ ਵੇਲੇ ਹੰਕਾਰ ਵਿੱਚ ਹੀ ਰਹਿੰਦਾ, ਭਰਿਆ ਰਹਿੰਦਾ ਵੀ ਮੇਰੇ ਬਿਨਾਂ ਕੁਝ ਨਹੀਂ ਹੋ ਸਕਦਾ ਹੈ। ਜਿਵੇਂ ਕੁੱਤਾ ਗੱਡੇ ਦੇ ਥੱਲੇ ਜਾਂਦਾ ਹੈ ਨਾ, ਕੁੱਤੇ ਦੇ ਮਨ ਵਿੱਚ ਇਹ ਗੱਲ ਹੈ ਵੀ ਗੱਡਾ ਮੈਂ ਚੁੱਕਿਆ ਹੋਇਆ ਹੈ। ਹੰਕਾਰ ਮਨ ਵਿੱਚ ਰੱਖੀ ਬੈਠਾ ਹੈ, ਮੈਂ ਨਾ ਹੋਵਾਂ ਤੇ ਗੱਡਾ ਚੱਲੇ ਹੀ ਨਾ। ਪਰ ਜਦੋਂ ਕੁੱਤਾ ਖਲੋ ਜਾਂਦਾ ਨਾ ਇੱਕ ਜਗ੍ਹਾ 'ਤੇ ਬਹਿ ਜਾਂਦਾ, ਹੁਣ ਗੱਡਾ ਅੱਗੇ ਚਲਾ ਗਿਆ, ਕੁੱਤੇ ਨੂੰ ਸ਼ਰਮ ਆਈ, ਮੈਂ ਤੇ ਐਵੇਂ ਹੰਕਾਰ ਚੁੱਕਿਆ ਹੋਇਆ, ਗੱਡਾ ਤੇ ਆਪੇ ਹੀ ਤੁਰਿਆ ਜਾਂਦਾ। ਫਿਰ ਭੱਜ ਕੇ ਆਪਣੀ ਇੱਜ਼ਤ ਬਚਾਉਣ ਵਾਸਤੇ ਗੱਡੇ ਥੱਲੇ ਫਿਰ ਵੜ ਜਾਂਦਾ ਹੈ। ਇਹ ਮੂਰਖ ਦੇ ਲੱਛਣ ਹਨ। ਹਰ ਵੇਲੇ ਹੰਕਾਰ ਦਾ ਬਚਨ ਵੀ ਮੇਰੇ ਬਿਨਾਂ ਨਹੀਂ ਦੁਨੀਆ ਚੱਲ ਸਕਦੀ ਹੈ। ਇਹ ਮਹਾਰਾਜ ਕਹਿਣ ਲੱਗੇ ਮੂਰਖਾਂ ਦੀਆਂ ਨਿਸ਼ਾਨੀਆਂ ਹਨ। ਏਤ ਕਮਣ ਸਦਾ ਦੁੱਖ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਹੰਕਾਰ ਨੂੰ ਕਮਾਉਂਦਿਆਂ ਕਮਾਉਂਦਿਆਂ ਮੂਰਖ ਬੰਦਾ ਸਦਾ ਦੁਖੀ ਰਹਿੰਦਾ ਹੈ। ਸਦਾ ਹੀ ਦੁਖੀ, ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਹਰ ਵੇਲੇ ਹੰਕਾਰ ਨੇ ਦੁਖੀ ਕਰ ਛੱਡਿਆ ਹੈ। ਦੁੱਖ ਹੀ ਮਹਿ ਰਹਿਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਿਰ ਸਦਾ ਹੀ ਦੁੱਖ ਦੇ ਵਿੱਚ ਹੀ ਰਹਿੰਦਾ ਹੈ, ਦੁੱਖ ਦੇ ਵਿੱਚ ਹੀ ਜੰਮਦਾ ਹੈ, ਦੁੱਖ ਦੇ ਵਿੱਚ ਹੀ ਮਰਦਾ ਹੈ, ਸਦਾ ਦੁੱਖ ਦੇ ਵਿੱਚ ਹੀ ਹੈ। ਜੇ ਕੋਈ ਕਵੇ ਕਿ ਆਪਣਾ ਸੰਬੰਧੀ ਮੂਰਖ ਹੈ ਤੇ ਮਹਾਰਾਜ ਉਸ ਲਈ ਕੁਝ ਕਰਨਾ ਚਾਹੀਦਾ। ਕਈ ਵਾਰੀ ਕੀ ਹੁੰਦਾ ਵੀ ਸਾਡੇ ਮਨ ਵਿੱਚ ਇਹ ਵਿਚਾਰ ਆ ਜਾਂਦੀ ਹੈ ਵੀ ਸਾਡਾ ਫਲਾਣਾ ਰਿਸ਼ਤੇਦਾਰ ਭਾਈ ਭੈਣ ਕੋਈ, ਉਹਨੂੰ ਦੁਨੀਆਦਾਰੀ ਬਾਰੇ ਪਤਾ ਨਹੀਂ ਹੈ, ਉਹਨੂੰ ਪਰਮਾਰਥ ਬਾਰੇ ਪਤਾ ਨਹੀਂ ਹੈ, ਚਲੋ ਉਹਦੀ ਮਦਦ ਕਰ ਦੇਣੀ ਚਾਹੀਦੀ ਹੈ। ਮਹਾਰਾਜ ਨੂੰ ਪੁੱਛਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਿ ਮੂਰਖ ਦਾ ਕੋਈ ਇਸ ਤਰ੍ਹਾਂ ਦਾ ਪਰਉਪਕਾਰ ਕਰਨਾ ਚਾਹੀਦਾ? ਤੇ ਮਹਾਰਾਜ ਫਰਮਾਉਂਦੇ ਹਨ, ਅਤ ਪਿਆਰਾ ਪਵੈ ਖੂਹ। ਮਹਾਰਾਜ ਕਹਿਣ ਲੱਗੇ, ਜਿਹੜਾ ਬਹੁਤਾ ਪਿਆਰਾ ਹੋਵੇ, ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹੋਈਏ, ਸਾਡਾ ਨਜ਼ਦੀਕ ਦਾ ਕੋਈ ਰਿਸ਼ਤੇਦਾਰ, ਕੋਈ ਭੈਣ ਭਾਈ ਹੋਵੇ, ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਉਹ ਮੰਦੇ ਕਰਮ ਕਰਦਿਆਂ ਹੋਇਆਂ ਖੂਹ ਵਿੱਚ ਪੈ ਜਾਵੇ, ਮੰਨ ਲਓ ਮਾੜੇ ਕਰਮ ਕਰਦਾ ਪਿਆ, ਨਹੀਂ ਕਰਨ ਵਾਲੇ ਪਾਪ ਕਰਮ ਕਰਦਾ, ਮੰਨ ਲਓ ਖੂਹ ਵਿੱਚ ਡਿੱਗਦਾ ਪਿਆ ਹੈ, ਇਹੋ ਸੰਜਮ ਕਰਨਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੇ ਤੁਹਾਨੂੰ ਬਚਾਉਣਾ ਪੈ ਜਾਵੇ ਤੇ ਫਿਰ ਤੁਸੀਂ ਇੱਕ ਸੰਜਮ ਉੱਥੇ ਵਰਤਣਾ ਹੈ, ਇੱਕ ਬਚਨ ਦਾ ਉੱਥੇ ਧਿਆਨ ਰੱਖਣਾ ਹੈ। ਅਤ ਪਿਆਰਾ ਪਵੈ ਖੂਹ ਹੈ। ਬਹੁਤਾ ਕੋਈ ਪਿਆਰਾ ਸਾਖ ਸੰਬੰਧੀ ਖੂਹ ਵਿੱਚ ਡਿੱਗਦਾ ਹੋਵੇ
ਭਾਵਕ ਮੰਦੇ ਕਰਮਾਂ ਵਿੱਚ ਪੈ ਗਿਆ ਹੋਵੇ, ਹਰ ਵੇਲੇ ਚੋਰੀ ਚਕਾਰੀ ਯਾਰੀ ਨਿੰਦਿਆ ਚੁਗਲੀ ਵਿੱਚ ਪੈ ਗਿਆ ਹੋਵੇ। ਖੂਹ ਵਿੱਚ ਪੈਣ ਤੋਂ ਭਾਵ ਇਹ ਨਹੀਂ ਲੈ ਲੈਣਾ ਵੀ ਇਕੱਲਾ ਖੂਹ ਵਿੱਚ ਛਾਲ ਮਾਰਦਾ ਪਿਆ ਤੇ ਤਾਂ ਹੀ ਜਾ ਕੇ ਬਚਾਉਣਾ ਹੈ। ਖੂਹ ਵਿੱਚ ਪੈਣ ਤੋਂ ਭਾਵ ਇਹ ਹੈ ਵੀ ਮਾੜੇ ਕੰਮਾਂ ਵਿੱਚ ਪੈ ਗਿਆ ਹੈ, ਚੋਰੀ ਕਰਦਾ ਹੈ, ਠੱਗੀ ਮਾਰਦਾ, ਝੂਠ ਬੋਲਦਾ, ਲੁੱਟਾਂ ਖੋਹਾਂ ਕਰਦਾ, ਮਾੜੇ ਕਰਮ ਕਰਦਾ ਪਿਆ ਹੈ। ਜੇ ਉਹ ਮਾੜੇ ਕਰਮਾਂ ਵਿੱਚ ਲੱਗ ਹੀ ਪਿਆ ਹੈ ਤੇ ਪਾਤਸ਼ਾਹ ਜੀ ਫਿਰ ਉਹਦੇ ਵਾਸਤੇ ਕੀ ਸੰਜਮ ਕਰਨਾ ਚਾਹੀਦਾ, ਕੀ ਸਾਧਨ ਕਰਨਾ ਚਾਹੀਦਾ, ਜਾਂ ਕਹਿ ਲਈਏ ਵੀ ਕੀ ਯਤਨ ਕਰਨਾ ਚਾਹੀਦਾ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਗੁਰਮੁਖ ਹੋਏ ਸੋ ਕਰੇ ਵਿਚਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਤੇ ਉਹ ਗੁਰਮੁਖ ਹੋਵੇਗਾ, ਮੰਨ ਲਓ ਉਹ ਇਹ ਗੱਲ ਕਹਿ ਦੇਵੇ ਵੀ ਭਾਈ ਐਤਕੀ ਮੈਨੂੰ ਬਚਾ ਲਵੋ, ਮੈਂ ਗਾਂ ਤੋਂ ਆਹ ਕੰਮ ਨਹੀਂ ਜੇ ਕਰਦਾ, ਮੈਂ ਚੋਰੀ ਗਾਂ ਤੋਂ ਨਹੀਂ ਕਰਾਂਗਾ, ਠੱਗੀ ਨਹੀਂ ਮਾਰਾਂਗਾ, ਮੈਂ ਗਾਂ ਤੋਂ ਆ ਮਾੜਾ ਕਰਮ ਹੁਣ ਨਹੀਂ ਕਰਾਂਗਾ, ਇੱਕ ਵਾਰੀ ਮੇਰੇ ਤੋਂ ਗਲਤੀ ਹੋ ਗਈ ਹੈ, ਤੌਬਾ ਮੇਰੀ ਹੈ, ਮੈਨੂੰ ਬਚਾ ਲਵੋ। ਜਿਹੜਾ ਤੇ ਇਹ ਵਿਚਾਰ ਕਰੇ ਕਿ ਗਾਂ ਨੂੰ ਮੈਂ ਗੁਰਮੁਖ ਬਣ ਜਾਵਾਂਗਾ, ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗਾ, ਮੈਂ ਰੱਬ ਦਾ ਹੀ ਨਾਮ ਲਵਾਂਗਾ, ਮੈਂ ਬੰਦਗੀ ਭਜਨ ਕਰਾਂਗਾ, ਮੈਂ ਮਾੜਾ ਕੰਮ ਨਹੀਂ ਕਰਾਂਗਾ। ਜੇ ਕੋਈ ਮਨੁੱਖ ਇਸ ਤਰ੍ਹਾਂ ਦੀ ਵਿਚਾਰ ਕਰੇ ਤੇ ਇਹ ਗੱਲ ਕਵੇ ਕਿ ਮੈਂ ਵਿਕਾਰਾਂ ਵੱਲੋਂ ਹਟ ਜਾਂਦਾ ਹਾਂ, ਉਸ ਅਲਪ ਤੋਂ ਰਹਿਣਾ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਭਾਈ ਉਸ ਨੂੰ ਬਚਾ ਲਓ। ਜੇ ਕੋਈ ਬੰਦਾ ਮਹਾਰਾਜ ਨੂੰ ਪੁੱਛਿਆ ਨਾ, ਸਤਿਗੁਰੂ ਜੇ ਕੋਈ ਸਾਡਾ ਨਜ਼ਦੀਕ ਦਾ ਰਿਸ਼ਤੇਦਾਰ ਖੂਹ ਵਿੱਚ ਡਿੱਗ ਪਵੇ, ਮਾੜੇ ਕਰਮਾਂ 'ਚ ਪਵੇ ਤੇ ਕੀ ਬਚਾਉਣਾ ਚਾਹੀਦਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਤੇ ਉਹ ਇਹ ਤੋਬਾ ਕਰੇ ਇਸ ਗੱਲ ਦੀ ਵੀ ਗਾਂ ਤੋਂ ਨਹੀਂ ਮੈਂ ਕਰਦਾ, ਫਿਰ ਤੇ ਉਹਨੂੰ ਬਚਾ ਲੈਣਾ ਚਾਹੀਦਾ, ਉਹਦੀ ਇੱਕ ਵਾਰੀ ਮਦਦ ਕਰਨੀ ਚਾਹੀਦੀ ਹੈ। ਜਿਵੇਂ ਬਹਾਦਰ ਬਿਧੀ ਚੰਦ ਜੀ ਭਾਈ ਅਦਲੀ ਦੇ ਕੋਲ ਜਾ ਕੇ ਆਖਦੇ ਸਨ ਵੀ ਚੋਰੀ ਕਰਕੇ ਮੱਝਾਂ ਲਿਆਇਆ, ਹੁਣ ਕੰਮ ਤੇ ਚੰਗਾ ਨਹੀਂ, ਪਰ ਮੈਂ ਗਾਂ ਤੋਂ ਨਹੀਂ ਕਰਦਾ, ਇਸ ਵਾਲੀ ਮੈਨੂੰ ਬਚਾ ਲਓ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਇਹ ਗੱਲ ਹੈ ਤੇ ਬੈਠਦਾ ਤੈਨੂੰ ਕੋਈ ਨਹੀਂ ਕੁਝ ਕਹਿੰਦਾ। ਐਸੀ ਤੌਬਾ ਕੀਤੀ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆ ਕੇ ਸਿੱਖ ਬਣ ਗਿਆ। ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਕੋਲ ਵੱਡੇ ਵੱਡੇ ਕਾਰਨਾਮੇ ਕੀਤੇ। ਇਸੇ ਤਰ੍ਹਾਂ ਭਾਈ ਲੱਖੂ ਜੀ ਹੋਏ ਡਾਕਾ ਮਾਰਦੇ, ਪਰ ਉਹਨਾਂ ਨੇ ਆ ਕੇ ਆਖਿਆ ਵੀ ਮੈਨੂੰ ਮਹਾਰਾਜ ਬਖਸ਼ ਲਓ, ਪਾਪ ਹੋ ਗਿਆ, ਮੈਨੂੰ ਬਖਸ਼ਾ ਦਿਓ। ਕਹਿਣ ਲੱਗੇ ਬਖਸ਼ਾ ਦੇਵਾਂਗੇ ਪਰ ਗਾਂ ਤੋਂ ਨਹੀਂ ਇਹ ਕੰਮ ਕਰਨਾ, ਸਤ ਬਚਨ ਜੀ ਗਾਂ ਤੋਂ ਨਹੀਂ ਕਰਾਂਗਾ। ਉਹ ਤਾਂ ਹੀ ਬਖਸ਼ਾਏ ਗਿਆ ਵੀ ਗਾਂ ਤੋਂ ਮਾਫੀ ਮੰਗ ਲਈ ਵੀ ਹੁਣ ਨਹੀਂ ਕਰਨਾ। ਮਹਾਰਾਜ ਕਹਿਣ ਲੱਗੇ ਕੋਈ ਬੰਦਾ ਮਾੜੇ ਕਰਮਾਂ ਵਿੱਚ ਪੈਂਦਾ ਹੈ, ਉਹ ਇਹ ਗੱਲ ਕਵੇ ਵੀ ਇਸ ਵਾਰੀ ਗਲਤੀ ਹੋ ਗਈ ਹੈ, ਗਾਂ ਤੋਂ ਨਹੀਂ ਮੈਂ ਕਰਾਂਗਾ, ਮੈਨੂੰ ਬਚਾ ਲਓ ਜਿਵੇਂ ਜਾਣਦੇ ਹੋ, ਫਿਰ ਉਹਦੀ ਮਦਦ ਕਰਨੀ ਚਾਹੀਦੀ ਹੈ। ਪਰ ਜੇ ਉਹ ਬੰਦਾ ਇਹ ਗੱਲ ਕਵੇ ਕਿ ਬਚਾਉਣਾ ਤੇ ਭਾਵੇਂ ਬਚਾਓ ਤੇ ਭਾਵੇਂ ਨਾ ਬਚਾਓ, ਮੈਂ ਨਹੀਂ ਜੀ ਹਟਣਾ ਇਸ ਕੰਮ ਤੋਂ, ਜਾਂ ਆਪਾਂ ਇੱਕ ਵਾਰੀ ਬਚਾਇਆ ਉਹ ਦੂਜੀ ਵਾਰੀ ਫਿਰ ਉਸੇ ਕੰਮ ਵਿੱਚ ਹੀ ਪੈ ਗਿਆ, ਜਿਹੜਾ ਵਾਰ-ਵਾਰ ਉਹਨਾਂ ਕੰਮਾਂ ਨੂੰ ਕਰਦਾ, ਮੂਰਖਾਂ ਵਾਲੇ ਜਿਹਦੇ ਲੱਛਣ ਨੇ। ਤੇ ਪਾਤਸ਼ਾਹ ਕਹਿੰਦੇ ਹਨ ਹਰ ਨਾਮ ਜਪੈ ਆਪ ਉਧਰੈ। ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤੋਂ ਰਹਿਣਾ। ਅਲਿਪਤ ਤੋਂ ਭਾਵ ਹੈ ਫਿਰ ਉਹਦੇ ਕੋਲੋਂ ਅਸੰਗ ਰਹਿਣਾ, ਦੂਰ ਹੀ ਰਹਿਣਾ। ਜਿਹੜਾ ਬੰਦਾ ਇੱਕ ਵਾਰੀ ਖੂਹ ਵਿੱਚ ਡਿੱਗਾ ਉਹਨੂੰ ਕੱਢ ਤੇ ਲਿਆ, ਉਹ ਦੁਬਾਰਾ ਆਖੇ ਫਿਰ ਮੈਂ ਛਾਲ ਮਾਰਨ ਲੱਗਾ ਹਾਂ, ਦੁਬਾਰਾ ਨਹੀਂ ਉਹਨੂੰ ਫੜਨਾ ਹੈ, ਉਹਨੂੰ ਕਹਿਣਾ ਜਾ ਭਾਈ ਹੁਣ ਤੇਰੀ ਮਰਜ਼ੀ ਹੈ, ਸਾਡਾ ਫਰਜ਼ ਸੀ ਇੱਕ ਵਾਰੀ ਤੈਨੂੰ ਕੱਢਣਾ, ਉਹ ਅਸੀਂ ਲਿਆ ਕੱਢ, ਪਰ ਜੇ ਤੂੰ ਹੁਣ ਵਾਰ-ਵਾਰ ਖੂਹ ਵਿੱਚ ਡਿੱਗਣ ਦੀ ਜਿੱਦ ਕਰਕੇ ਬੈਠਾ ਰਵੇਂਗਾ, ਅਸੀਂ ਤੇਰੇ ਪਹਿਰੇਦਾਰ ਥੋੜ੍ਹੀ ਬਣ ਕੇ ਬੈਠੇ ਰਵਾਂਗੇ ਇਸ ਖੂਹ ਦੇ ਉੱਪਰ ਵੀ ਤੂੰ ਨਾ ਡਿੱਗ। ਜਾਂ ਕਈ ਵਾਰੀ ਕੀ ਹੁੰਦਾ ਕੋਈ ਪਰਿਵਾਰ ਦਾ ਮੈਂਬਰ ਲੜ ਕੇ ਘਰ ਨਿੱਕੀ ਮੋਟੀ ਗੱਲ ਤੋਂ ਮੈਂ ਤੇ ਮਰਨ ਚੱਲਿਆ, ਮੈਂ ਤੇ ਨਹਿਰ 'ਤੇ ਛਾਲ ਮਾਰਾਂਗਾ, ਮੈਂ ਤੇ ਗੱਡੀ ਥੱਲੇ ਆ ਕੇ ਹੁਣ ਮਰਾਂਗਾ, ਉਹਨੂੰ ਇੱਕ ਵਾਰੀ ਸਮਝਾਉਣਾ ਫਰਜ਼ ਹੈ ਵੀ ਜ਼ਿੰਦਗੀ ਬੜੀ ਅਮੋਲਕ ਹੈ, ਇਹ ਦੁਬਾਰਾ ਨਹੀਂ ਉਹ ਮਿਲਣੀ। ਪਰ ਜੋ ਬੰਦਾ ਵਾਰ-ਵਾਰ ਹੀ ਕੱਪੜੇ ਲਾ ਕੇ ਭਾਜੀ ਪਵੇ ਵੀ ਨਹੀਂ ਛਾਲ ਹੀ ਮਾਰਨੀ ਹੈ, ਫਿਰ ਉਹਨੂੰ ਆਪ ਵੀ ਚੱਲ ਭਾਈ ਤੂੰ ਇਹ ਵੀ ਆਪਦਾ ਕਰੀ ਕੰਮ ਨਾ ਪੂਰਾ ਕਰਕੇ ਵੇਖ ਹੀ ਲਾ, ਵਾਰ-ਵਾਰ ਰੋਕਣ ਦਾ ਕੋਈ ਲਾਭ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਜੇ ਇੱਕ ਵਾਰੀ ਗਲਤੀ ਕਰਕੇ ਮਾਫੀ ਮੰਗਦਾ ਹੈ ਉਹਦੀ ਮਾਫੀ ਵਿੱਚ ਮਦਦ ਕਰੋ, ਪਰ ਜੇ ਉਹ ਆਖੇ ਵੀ ਮਾਫੀ ਮੈਂ ਨਹੀਂ ਮੰਗਦਾ, ਮੈਂ ਤੇ ਦੁਬਾਰਾ ਵੀ ਇਹ ਕੰਮ ਹੀ ਕਰਾਂਗਾ, ਤੇ ਫਿਰ ਉਸ ਤੋਂ ਅਲਿਪਤੋਂ ਰਹਿਣਾ, ਫਿਰ ਉਹ ਤੋਂ ਦੂਰ ਹੀ ਰਹੋ ਵੀ ਚੱਲ ਭਾਈ ਤੇਰੀ ਸਾਡੀ ਸਤਿ ਸ੍ਰੀ ਅਕਾਲ ਹੈ, ਹੁਣ ਤੂੰ ਭਾਵੇਂ ਡਿੱਗ ਤੇ ਭਾਵੇਂ ਬਚ, ਅਸੀਂ ਤੇਰੇ ਨਾਲ ਹੁਣ ਕੋਈ ਆਪਣਾ ਸੰਬੰਧ ਨਹੀਂ ਰੱਖਾਂਗੇ। ਫਿਰ ਉਹਦੇ ਤੋਂ ਅਲਿਪਤ ਹੀ ਰਵੇ, ਦੂਰ ਹੀ ਰਵੇ, ਉਹਦੇ ਨਾਲੋਂ ਫਿਰ ਬਹਿਣੀ ਉੱਠਣੀ ਬੰਦ ਹੀ ਕਰ ਦੇਵੇ। ਉਹਦਾ ਕਾਰਨ ਇਹ ਹੈ ਕਿ ਜਿਹੜਾ ਬੰਦਾ ਇਸੇ ਕੰਮ 'ਤੇ ਹੀ ਹੋ ਗਿਆ ਵੀ ਮੈਂ ਮਾਰੀ ਜਾਣਾ, ਮੈਂ ਖੂਹ ਵਿੱਚ ਡਿੱਗ ਹੀ ਪੈਣਾ, ਜੇ ਤੂੰ ਵਾਰ-ਵਾਰ ਉਹਦੇ ਨਾਲ ਰਵੇਂਗਾ ਨਾ, ਰੱਬ ਨਾ ਕਰੇ ਉਹ ਸੱਚੀ ਮੁੱਚੀ ਮਰ ਜਾਵੇ, ਤੇ ਪਹਿਲਾਂ ਪੁਲਿਸ ਨੇ ਆ ਕੇ ਤੈਨੂੰ ਟੰਗਣਾ ਹੈ ਵੀ ਤੇਰੇ ਨਾਲ ਰਹਿੰਦਾ ਸੀ, ਉਹ ਤੇਰੇ ਨਾਲ ਗੱਲਾਂ ਕਰਦਾ ਸੀ, ਤੈਨੂੰ ਪਤਾ ਹੋਣਾ ਕੀ ਕਾਰਨ ਹੈ, ਤੂੰ ਕਈ ਜੰਜਾਲਾਂ ਵਿੱਚ ਆ ਕੇ ਫਸ ਜਾਵੇਂਗਾ। ਇਸ ਕਰਕੇ ਬਚਨ ਇਹ ਹੈ
ਵੀ ਐਸੇ ਬੰਦੇ ਤੋਂ ਫਿਰ ਦੂਰ ਹੋ ਜਾਣਾ ਕਰੋ। ਹਰ ਨਾਮ ਜਪੈ ਆਪ ਉਧਰੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜਾ ਨਾਮ ਜਪਦਾ ਗੁਰਮੁਖ ਉਹ ਆਪ ਉਧਰੈ ਕਹੀਏ ਤਰ ਜਾਂਦਾ ਹੈ। ਨਾਮ ਜਪਣ ਵਾਲਾ ਆਪ ਵੀ ਤਰ ਜਾਂਦਾ ਹੈ। ਉਸ ਪਿੱਛੇ ਡੁੱਬਦੇ ਭੀ ਤਰਨ। ਪਰ ਨਾਮ ਜਪਣ ਵਾਲੇ ਦੀ ਸੰਗਤ ਕਰਕੇ ਜਿਹੜੇ ਡੁੱਬਦੇ ਪਏ ਉਹ ਵੀ ਤਰ ਜਾਂਦੇ। ਇਹ ਨਾਮ ਦੀ ਮਹਿਮਾ ਹੈ। ਨਾਮ ਦੀ ਵਡਿਆਈ ਕੀ ਹੈ? ਜਿਹੜਾ ਆਪ ਮਾੜੇ ਪਾਸੇ ਲੱਗਾ ਹੈ ਨਾ, ਨਾਮ ਜਪਣ ਲੱਗ ਪਵੇ ਆਪ ਗੁਰਮੁਖ ਬਣ ਜਾਂਦਾ। ਫਿਰ ਉਹਦੀ ਸੰਗਤ ਕਰਕੇ ਹੋਰ ਕਈ ਗੁਰਮੁਖ ਬਣ ਜਾਂਦੇ। ਜਿਵੇਂ ਭਾਈ ਲਖੀਆ ਜੀ ਭਾਵੇਂ ਚੋਰੀ ਕਰਦੇ ਸਨ, ਬਾਅਦ ਵਿੱਚ ਸਾਧੂ ਬਣ ਗਏ, ਜਪਜੀ ਸਾਹਿਬ ਦਾ ਪਾਠ ਹਰ ਵੇਲੇ ਕਰਦੇ ਪਏ। ਹੋਰ ਉਹਨਾਂ ਨੇ ਬਚਨ ਕਰ ਦਿੱਤਾ, ਜਿਹੜੀ ਮਾਈ ਬੀਬੀ ਭੈਣ ਮੈਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹੈ ਉਹ ਪਹਿਲਾਂ ਮੈਨੂੰ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਸੁਣਾਵੇ। ਜਿਹੜੀ ਬੀਬੀ ਪਾਠ ਸੁਣਾਵੇਗੀ ਮੈਂ ਉਹਦੇ ਘਰ ਦਾ ਹੀ ਪ੍ਰਸ਼ਾਦਾ ਛਕਾਂਗਾ। ਹੁਣ ਉਹਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਬੀਬੀਆਂ ਨੇ ਜ਼ੁਬਾਨੀ ਪਾਠ ਯਾਦ ਕਰ ਲਿਆ। ਕਿੰਨਿਆਂ ਦਾ ਭਲਾ ਕਰ ਗਿਆ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਗੁਰਮੁਖਾਂ ਦੀਆਂ ਨਿਸ਼ਾਨੀਆਂ ਨੇ। ਆਪ ਤੇ ਉਹ ਨਾਮ ਜਪ ਕੇ ਤਰਦੇ ਪਏ, ਜਿਹੜੇ ਡੁੱਬਦੇ ਪਏ ਨੇ ਸੰਸਾਰ ਵਿੱਚ ਉਹਨਾਂ ਨੂੰ ਵੀ ਆਪਣੀ ਸੰਗਤ ਦੇ ਕੇ ਉਤਾਰ ਲੈਂਦੇ। ਜਿਵੇਂ ਭਾਈ ਲਖੀਆ ਨੇ ਸਭ ਨੂੰ ਜ਼ੁਬਾਨੀ ਪਾਠ ਜਪਜੀ ਸਾਹਿਬ ਦੇ ਯਾਦ ਕਰਵਾ ਕੇ ਤਾਰ ਦਿੱਤਾ ਹੈ। ਇਸ ਤਰ੍ਹਾਂ ਤਾਰ ਦਿੰਦੇ ਹਨ। ਨਾਨਕ ਜੋ ਤਿਸ ਭਾਵੈ ਸੋ ਕਰੇ। ਮਹਾਰਾਜ ਕਹਿੰਦੇ ਭਾਈ ਜੋ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ। ਜੋ ਦੇ ਸੋ ਸਹਿਣਾ। ਪਰਮਾਤਮਾ ਜੋ ਦੇਵੇ, ਜੇ ਦੁੱਖ ਦਿੰਦਾ ਹੈ ਨਾ ਤੇ ਦੁੱਖ ਵੀ ਉਹਦੀ ਦਾਤ ਜਾਣ ਕੇ ਦੁੱਖ ਦਾਰੂ ਇਹ ਸਮਝੇ ਵੀ ਮਹਾਰਾਜ ਨੇ ਮੈਨੂੰ ਦਾਰੂ ਦਿੱਤਾ ਹੈ। ਸੋ ਜੇ ਦੁੱਖ ਦੇਹੇ ਤਾਂ ਤੁਝੈ ਅਰਾਧੀ। ਦੁੱਖ ਵੀ ਪ੍ਰਮਾਤਮਾ ਦਾ ਹੁਕਮ ਜਾਣ ਕੇ ਦੁੱਖ ਦੇ ਵਿੱਚ ਵੀ ਖੁਸ਼ ਰਵੇ। ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਜੇ ਸੁੱਖ ਮਿਲ ਜਾਵੇ ਤੇ ਸੁੱਖ ਵੀ ਤੁਝੈ ਧਿਆਈ। ਸੁੱਖ ਦੇ ਵਿੱਚ ਵੀ ਉਹਨੂੰ ਯਾਦ ਕਰੇ। ਭਾਵ ਇਹ ਹੈ ਗੁਰਮੁਖੋ ਕਿ ਦੁੱਖ ਸੁੱਖ ਦੇ ਵਿੱਚ ਬਰਾਬਰ ਰਵੇ। ਜੇ ਦੁੱਖ ਆ ਗਿਆ ਤਾਂ ਵੀ ਸ਼ੁਕਰਾਨਾ ਹੈ। ਕੀਤਿਆ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ। ਕਿੰਨਾ ਵੱਡਾ ਜੀਵਨ ਹੋਵੇਗਾ ਗੁਰਮੁਖੋ। ਇੱਕ ਮਾਂ ਦੇ ਪੁੱਤਰ ਨੂੰ ਵੱਢ ਕੇ ਟੁੱਕ ਕੇ ਟੋਟੇ ਟੋਟੇ ਕਰਕੇ ਰੱਸੀ ਦੇ ਨਾਲ ਬੰਨ੍ਹ ਕੇ ਹਾਰ ਬਣਾ ਦਿੱਤਾ। ਉਹ ਹਾਰ ਬੱਚੇ ਦੇ ਟੁਕੜਿਆਂ ਦਾ ਮਾਂ ਦੇ ਗਲ ਵਿੱਚ ਪਾ ਦਿੱਤਾ। ਮਾਂ ਇਹ ਗੱਲ ਕਹਿੰਦੀ ਹੈ ਪਰਮਾਤਮਾ ਹੈ ਤੇ ਦੁੱਖ ਦਾ ਸਮਾਂ ਹੀ ਹੈ ਕਿ ਜਿਸ ਨੂੰ ਮੈਂ ਜਨਮ ਦਿੱਤਾ ਹੈ ਉਹ ਮਰੇ ਨੂੰ ਮੈਂ ਆਪਣੇ ਗਲ ਵਿੱਚ ਪਾਈ ਬੈਠੀ ਹਾਂ। ਪਰ ਇਹ ਭੇਦਾਤ ਇਹ ਦੁੱਖ ਦਾ ਸਮਾਂ ਵੀ ਪਰਮਾਤਮਾ ਤੇਰੀ ਦਾਤ ਹੀ ਹੈ। ਇਹ ਵੀ ਤੇਰੀ ਦਾਤ, ਤੇਰਾ ਹੁਕਮ ਹੀ ਹੈ। ਮੈਂ ਤੇਰੀ ਰਜ਼ਾ ਵਿੱਚ ਹੀ ਰਾਜੀ ਹਾਂ। ਇਸ ਤਰ੍ਹਾਂ ਦੇ ਗੁਰਮੁਖਾਂ ਵਾਲਾ ਜੀਵਨ ਬਣ ਜਾਣਾ ਇਹ ਗੁਰਮੁਖੋ ਛੋਟਾ ਦੁੱਖ ਨਹੀਂ ਹੈ, ਬੜਾ ਵੱਡਾ ਦੁੱਖ ਹੈ ਕਿ ਇੱਕ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਪੁੱਤਰ ਅਜੇ ਗੋਦੀ ਵਿੱਚ ਹੀ ਹੈ, ਉਹਦਾ ਮਰੇ ਦੇ ਸਰੀਰ ਦੇ ਅੰਗ ਆਪਣੇ ਗਲ ਵਿੱਚ ਪਾਉਣੇ। ਇਦੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ। ਪੁੱਤਰ ਨੂੰ ਆਕਾਸ਼ ਦੇ ਵੱਲ ਸੁੱਟ ਕੇ ਥੱਲੇ ਵਰਸ਼ਾ ਕਰ ਦੇਣਾ, ਵਰਸ਼ੇ ਦੇ ਵਿੱਚ ਉਸ ਨੂੰ ਪਰੋ ਦੇਣਾ, ਇਦੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ। ਪਰ ਉਹਨਾਂ ਗੁਰਮੁਖਾਂ ਨੇ ਆਖਿਆ ਪਰਮਾਤਮਾ ਇਹ ਵੀ ਤੇਰੀ ਇੱਕ ਦਾਤ ਹੈ। ਇਸ ਤਰ੍ਹਾਂ ਦੁੱਖ ਦੇ ਵਿੱਚ ਵੀ ਉਹਦਾ ਸ਼ੁਕਰਾਨਾ ਕਰੇ। ਤੇ ਜੇ ਕਰਮਾਂ ਵਿੱਚ ਸੁੱਖ ਆ ਗਿਆ ਤਾਂ ਵੀ ਕਦੇ ਉਹਨੂੰ ਭੁਲਾਵੇ ਨਾ, ਸੁੱਖ ਦੇ ਵਿੱਚ ਵੀ ਪ੍ਰਸੰਨ ਰਹਿਣਾ ਕਰੇ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਸ਼ਬਦ ਉਪਦੇਸ਼ ਬਖਸ਼ਿਸ਼ ਕਰਦੇ। ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਵਾਲੇ ਸਥਾਨ ਤੇ ਬਿਰਾਜੇ ਨਾ ਆ ਕੇ, ਅਜੇ ਇਹ ਸਥਾਨ ਬਣਿਆ ਹੀ ਨਹੀਂ, ਮਹਾਰਾਜ ਨੇ ਇੱਥੇ ਚਰਨ ਪਾਏ ਤੇ ਕਹਿਣ ਲੱਗੇ ਵੀ ਇਸ ਇਲਾਕੇ ਦਾ ਇੱਕ ਕਰੋੜੀਆ ਨਾਮ ਦਾ ਸੇਠ ਹੈ, ਆਪਣੇ ਘਰ ਨਗਰ ਵਿੱਚ ਬੈਠਾ ਹੋਇਆ ਹੈ। ਕੀ ਵੇਖਦਾ ਬਾਹਰੋਂ ਕੁਝ ਵਿਅਕਤੀ ਲੰਘਦੇ ਪਏ, ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦੇ ਪਏ। ਜਦੋਂ ਕਰੋੜੀਏ ਸੇਠ ਦੇ ਕੰਨਾਂ ਵਿੱਚ ਆਵਾਜ਼ ਪਈ, ਬੜਾ ਗੁੱਸਾ ਆਇਆ ਵੀ ਇਹ ਕਿਸ ਤਰ੍ਹਾਂ ਦਾ ਗੁਰੂ ਨਾਨਕ ਹੈ, ਇਹਨੇ ਭੋਲੇ ਭਾਲੇ ਲੋਕਾਂ ਨੂੰ ਮਗਰ ਲਾ ਲਿਆ ਹੈ। ਵੇ ਲੋਕ ਉਹਦੀ ਸਿਫਤ ਕਰਦੇ ਤੁਰੇ ਜਾਂਦੇ। ਉਸ ਵੇਲੇ ਕਰੋੜੀਆ ਸੇਠ ਮਹਾਰਾਜ ਨੂੰ ਮਾਰਨ ਵਾਸਤੇ ਆਪਣੇ ਨਾਲ ਬੰਦੇ ਲੈ ਕੇ, ਹਥਿਆਰ ਲੈ ਕੇ ਜਿਸ ਵੇਲੇ ਘੋੜੇ ਤੇ ਚੜ੍ਹ ਕੇ ਚੱਲਣ ਲੱਗਾ ਨਾ, ਤੇ ਕੁਦਰਤ ਨੇ ਭਾਣਾ ਇਹੋ ਜਿਹਾ ਵਰਤਾਇਆ ਵੀ ਘੋੜੇ ਤੇ ਚੜ੍ਹਦਾ ਡਿੱਗ ਪਿਆ। ਲੋਕਾਂ ਨੇ ਸਲਾਹ ਦਿੱਤੀ ਕਰੋੜੀਆ ਨਾ ਜਾ, ਵੇਖ ਸ਼ਗਨ ਚੰਗਾ ਨਹੀਂ ਹੈ, ਤੂੰ ਸਾਧੂਆਂ ਦੇ ਉੱਪਰ ਚੜ੍ਹ ਕੇ ਚੱਲਿਆ, ਤੂੰ ਡਿੱਗ ਪਿਆ। ਕਹਿਣ ਲੱਗਾ ਨਹੀਂ ਮੈਂ ਤੇ ਜ਼ਰੂਰ ਜਾਵਾਂਗਾ। ਜਦੋਂ ਦੂਜੀ ਵਾਰੀ ਫਿਰ ਘੋੜੇ ਤੇ ਚੜ੍ਹਨ ਲੱਗਾ, ਫਿਰ ਸਿਰ ਦੀ ਪੱਗ ਡਿੱਗ ਪਈ। ਫਿਰ ਲੋਕਾਂ ਨੇ ਰੋਕਿਆ, ਕਹਿਣ ਲੱਗੇ ਕਰੋੜੀਆ ਨਾ ਜਾ, ਵੇਖ ਤੇਰੀ ਹੁਣ ਤੇ ਇੱਜ਼ਤ ਵੀ ਲੈ ਗਈ ਹੈ,
ਕਹਿਣ ਲੱਗਾ ਨਹੀਂ ਮੈਂ ਤੇ ਜ਼ਰੂਰ ਹੀ ਜਾਵਾਂਗਾ। ਨਹੀਂ ਬਚਨ ਮੰਨਿਆ ਤੇ ਚੜ ਗਿਆ ਘੋੜੇ ਦੇ ਉੱਪਰ। ਜਦੋਂ ਚਲਦਿਆਂ ਚਲਦਿਆਂ ਮਹਾਰਾਜ ਦੇ ਕੋਲ ਪਹੁੰਚਣ ਲੱਗਾ, ਅੱਖਾਂ ਤੋਂ ਅੰਨਾ ਹੋ ਗਿਆ, ਦਿਸਦਾ ਨਹੀਂ ਪਿਆ ਹੈ। ਪਿੱਛੇ ਨੂੰ ਮੁੜਦਾ ਹੈ ਤੇ ਦਿਖਾਈ ਦਿੰਦਾ, ਅੱਗੇ ਨੂੰ ਚੱਲਦਾ ਤੇ ਅੱਖਾਂ ਬੰਦ ਹੋ ਜਾਂਦੀਆਂ। ਉਸ ਵੇਲੇ ਆਪਣੇ ਸਾਥੀਆਂ ਨੂੰ, ਨੌਕਰਾਂ ਨੂੰ ਕਹਿਣ ਲੱਗਾ ਵੀ ਹੁਣ ਇਸ ਤਰ੍ਹਾਂ ਕਰੋ, ਮੈਨੂੰ ਦਿਸਦਾ ਨਹੀਂ ਹੈ, ਮੈਨੂੰ ਬਾਹੋਂ ਫੜ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਲੈ ਚੱਲੋ। ਇਸ ਕਰੋੜੀਏ ਦੀ ਬਾਂਹ ਫੜ ਕੇ ਇਹਦੇ ਚੇਲਿਆਂ ਨੇ, ਇਹਦੇ ਨੌਕਰਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਲੈ ਗਏ। ਸਤਿਗੁਰਾਂ ਦੇ ਚਰਨਾਂ 'ਤੇ ਜਦੋਂ ਮੱਥਾ ਟੇਕਿਆ, ਮੱਥਾ ਟੇਕਦਿਆਂ ਸਾਰੀ ਅੱਖਾਂ ਦੇ ਨੇਤਰ ਜਿਹੜੇ ਬੰਦ ਸਨ ਦਿਸਣੋਂ ਹਟ ਗਿਆ, ਉਹ ਨੇਤਰ ਤੇ ਖੁੱਲ੍ਹ ਗਏ। ਅੰਦਰਲੇ ਨੇਤਰ ਮਨ ਦੇ ਵੀ ਖੁੱਲ੍ਹ ਗਏ। ਐਸੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ। ਚਰਨਾਂ 'ਤੇ ਮੱਥਾ ਟੇਕ ਕੇ ਮਾਫੀ ਮੰਗਦਾ ਹੈ, ਆਖਣ ਲੱਗਾ ਮਹਾਰਾਜ ਹੁਣ ਇੱਥੇ ਹੀ ਰਹੋ, ਕਿਰਪਾ ਕਰੋ। ਇਹ ਜਿੰਨੀ ਧਰਤੀ ਹੈ ਇਹਦਾ ਮਾਲਕ ਮੈਂ ਸੀ, ਪਰ ਅੱਜ ਤੋਂ ਬਾਅਦ ਇਹਦੇ ਮਾਲਕ ਤੁਸੀਂ ਹੋ, ਇਸ ਧਰਤੀ ਨੂੰ ਨਿਵਾਜੋ ਮਹਾਰਾਜ। ਇਸ ਤਰ੍ਹਾਂ ਕਰੋੜੀਏ ਸੇਠ ਨੇ ਕਹਿ ਕੇ ਮਹਾਰਾਜ ਨੂੰ ਉੱਥੇ ਟਿਕਾਇਆ। ਇਹਨੇ ਚਿਰ ਨੂੰ ਮਾਤਾ ਸੁਲੱਖਣੀ ਜੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਇਹ ਵੀ ਇੱਥੇ ਆ ਗਏ। ਹੋਰ ਵੀ ਗੁਰੂ ਨੂੰ ਪਿਆਰ ਕਰਨ ਵਾਲੇ ਗੁਰਮੁਖ ਇੱਥੇ ਪਹੁੰਚੇ। ਫਿਰ ਇੱਥੇ ਮਹਾਰਾਜ ਜੀਆਂ ਨੇ ਨਿਵਾਸ ਕੀਤਾ ਔਰ ਕਰਤਾਰਪੁਰ ਨਾਮ ਦਾ ਇਹ ਜਿਹੜਾ ਨਗਰ ਵਸਾਇਆ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਇਹ ਬਚਨ ਵੀ ਉੱਥੇ ਆਏ ਹਨ। ਸੋ ਇੱਥੇ ਮਹਾਰਾਜ ਬੈਠੇ ਹੋਏ ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਨਾਨਕ ਆਖੈ ਰੇ ਮਨਾ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਬਚਨ ਕਰਦੇ, ਕਹਿੰਦੇ ਸੁਣਨਾ ਕਰੋ, ਸੁਣਿਆ ਸਿੱਖ ਸਹੀ। ਇਹ ਸਹੀ ਸਿੱਖਿਆ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਕਰੋੜੀਆ ਸੇਠ ਤੂੰ ਵੀ ਸੁਣ। ਜਿੰਨੀਆਂ ਸੰਗਤਾਂ ਕੋਲ ਬੈਠੀਆਂ ਉਹਨਾਂ ਨੂੰ ਵੀ ਬਚਨ ਕਰਦੇ, ਕਹਿੰਦੇ ਭਾਈ ਇਹ ਸਹੀ ਸਿੱਖਿਆ ਹੈ ਜਿਹੜੀ ਅਸੀਂ ਕਹਿਣ ਲੱਗੇ ਹਾਂ। ਇਹ ਸਿੱਖਿਆ ਨੂੰ ਸੁਣਨਾ ਕਰੋ, ਧਾਰਨ ਕਰੋ। ਲੇਖਾ ਰੱਬ ਮੰਗੇਸੀਆ। ਮਹਾਰਾਜ ਸਿੱਖਿਆ ਕਿਹੜੀ ਹੈ? ਪਾਤਸ਼ਾਹ ਕਹਿਣ ਲੱਗੇ ਰੱਬ ਨੇ ਲੇਖਾ ਲੈਣਾ ਭਾਈ। ਉਹ ਜਿਹੜਾ ਪਰਮੇਸ਼ਰ ਹੈ ਨਾ, ਕਾਲ ਪੁਰਖ ਜਿਹਨੇ ਦੁਨੀਆ ਬਣਾਈ ਹੈ, ਇੱਕ ਸਮਾਂ ਆਵੇਗਾ ਉਸਨੇ ਤੇਰੇ ਕੀਤੇ ਹੋਏ ਹਿਸਾਬ ਕਿਤਾਬ ਦਾ ਲੇਖਾ ਲੈਣਾ ਹੈ। ਚਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ। ਇਹ ਨੀਚ ਬੰਦੇ ਦੇ ਕੰਮ ਨੇ। ਨਾ ਜਪ ਕੀਤਾ ਨਾ ਤਪ ਕੀਤਾ। ਜਪ ਤਪ ਸੰਜਮ, ਇੰਦਰੀਆਂ ਦਾ ਦਮਨ ਵੀ ਨਹੀਂ ਕੀਤਾ। ਕਦੇ ਆਪਣੀਆਂ ਅੱਖਾਂ ਨੂੰ ਨਹੀਂ ਰੋਕਿਆ, ਕਦੇ ਕੰਨਾਂ ਨੂੰ ਨਹੀਂ ਰੋਕਿਆ ਮਾੜਾ ਸੁਣਨ ਵੇਖਣ ਤੋਂ। ਸੰਜਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਨਾ ਸੇਵਾ ਕੀਤੀ ਹੈ, ਨਾ ਕਿਸੇ ਸਾਧੂ ਦੀ ਸੰਗਤ ਵਿੱਚ ਬੈਠੇ, ਨਾ ਜਾਣਿਆ ਹਰ ਰਾਇਆ, ਹਰੀ ਹਰ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ। ਕਹੋ ਨਾਨਕ ਇਹ ਹੈ ਨੀਚ ਬੰਦੇ ਦੇ ਕਰਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲੇਖਾ ਰੱਬ ਮੰਗੇਸੀਆ। ਉਹ ਜਿਹੜਾ ਰੱਬ ਹੈ ਨਾ, ਪਰਮੇਸ਼ਰ ਜਿਹਨੇ ਦੁਨੀਆ ਬਣਾਈ ਹੈ, ਕਹਿਣ ਲੱਗੇ ਉਹ ਤੇਰੇ ਕੋਲੋਂ ਲੇਖਾ ਮੰਗਦਾ ਹੈ। ਬੈਠਾ ਕੱਢ ਵਹੀ। ਤੇ ਜਿਸ ਵੇਲੇ ਉਸਨੇ ਲੇਖਾ ਲੈਣਾ ਹੈ ਤੇਰੇ ਪੂਰੇ ਵਹੀ ਖਾਤੇ, ਜਿਵੇਂ ਬਾਣੀਆਂ ਬੈਠਦਾ ਹੈ ਨਾ, ਤੇ ਬਾਣੀਆਂ ਜਦੋਂ ਹਿਸਾਬ ਕਿਤਾਬ ਕਰਦਾ ਆਪਣੀ ਵਹੀ ਕੱਢ ਲੈਂਦਾ ਹੈ। ਵਹੀ ਦੇ ਪੈਸੇ ਜੋੜਦਾ ਹੈ, ਫਿਰ ਉਹਨਾਂ ਪੈਸਿਆਂ ਦੇ ਉੱਪਰ ਵਿਆਜ ਵੀ ਲਾਉਂਦਾ ਹੈ ਵੀ ਇੰਨਾ ਵਿਆਜ ਬਣ ਗਿਆ, ਇੰਨਾ ਮੂਲ ਧਨ ਬਣ ਗਿਆ, ਇੰਨੇ ਰੁਪਈਆਂ ਵਿੱਚ ਨੇ ਤੇ ਇੰਨੇ ਪੈਸਿਆਂ ਦੇ ਵਿੱਚ ਨੇ। ਉਹ ਪੈਸੇ ਵੀ ਨਹੀਂ ਛੱਡਦਾ ਆਪਣੇ, 5 ਪੈਸੇ 10 ਪੈਸੇ ਉਹ ਵੀ ਨਾਲ ਉਹ ਲੈਂਦਾ ਹੈ। ਕਹਿਣ ਲੱਗੇ ਭਾਈ ਐਸੇ ਤਰ੍ਹਾਂ ਜਿਹੜਾ ਧਰਮ ਰਾਜਾ ਹੈ ਨਾ ਗੁਰਮੁਖੋ, ਕਹਿੰਦੀ ਉਹ ਵੀ ਇੱਕ ਬਾਣੀਆਂ ਹੀ ਹੈ। ਜਦੋਂ ਉਹਦੇ ਦਰਬਾਰ ਵਿੱਚ ਪਹੁੰਚੇਗਾ ਨਾ, ਉੱਥੇ ਤੇਰਾ ਕੱਲੀ ਕੱਲੀ ਗੱਲ ਦਾ ਹਿਸਾਬ ਹੋਣਾ ਹੈ। ਜਿਵੇਂ ਬਾਣੀਏ ਨੇ ਇੱਕ ਪੈਸਾ ਨਹੀਂ ਛੱਡਿਆ, ਧਰਮ ਰਾਜਾ ਤੇਰੇ ਇੱਕ ਨਿੱਕੇ ਜਿਹੇ ਕੀਤੇ ਗੁਨਾਹ ਨੂੰ ਵੀ ਨਹੀਂ ਛੱਡੇਗਾ। ਉੱਥੇ ਨਿੱਕੇ ਤੇ ਵੱਡੇ ਸਾਰੇ ਗੁਨਾਹ ਤੇਰੇ ਪੜ੍ਹੇ ਜਾਣਗੇ। ਚਿੱਤਰ ਤੇ ਗੁਪਤ ਨਾਮ ਦੇ ਜਿਹੜੇ ਹਨ ਫਰਿਸ਼ਤੇ, ਉਹ ਉਸ ਵੇਲੇ ਪੜ੍ਹ ਕੇ ਦੱਸਣਗੇ ਵੀ ਐਸ ਬੰਦੇ ਨੇ ਦਿਨੇ ਆਹ ਕੰਮ ਕੀਤੇ ਸਨ, ਇਹਨੇ ਰਾਤ ਨੂੰ ਆਹ ਕੰਮ ਕੀਤੇ ਨੇ, ਇਹਨੇ ਮਨ ਵਿੱਚ ਇਹ ਸੋਚਿਆ, ਇਹਨੇ ਸਰੀਰ ਕਰਕੇ ਇਹ ਕਰਮ ਕੀਤਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਉਸ ਵੇਲੇ ਬੈਠਾ ਕੱਢ ਵਹੀ, ਉਹ ਸਾਰੇ ਵਹੀ ਖਾਤੇ ਤੇਰੇ ਫੋਲੇ ਜਾਣਗੇ, ਮੁਕਰਿਆ ਕੋਈ ਨਹੀਂ ਜਾਣਾ ਹੈ। ਸਭ ਕੁਝ ਉੱਥੇ ਮੰਨਣਾ ਪਵੇਗਾ ਔਰ ਉਹਦੀ ਸਜ਼ਾ ਮਿਲੇਗੀ। ਲੇਖਾ ਰੱਬ ਮੰਗੇਸੀਆ, ਰੱਬ ਦਾ ਬਿਠਾਇਆ ਹੋਇਆ ਧਰਮ ਰਾਜਾ ਤੇਰੇ ਕੋਲੋਂ ਲੇਖਾ ਲਵੇਗਾ ਕਿਵੇਂ? ਬੈਠਾ ਕੱਢ ਵਹੀ ਖਾਤੇ ਤੇਰੇ ਫੋਲੇ ਜਾਣਗੇ। ਮਤਾ ਇਹ ਸੋਚ ਵੀ ਮੈਨੂੰ ਕੋਈ ਨਹੀਂ ਵੇਖਦਾ,
ਦੁਨੀਆ ਨਹੀਂ ਵੇਖਦੀ ਹੈ, ਪਰਮਾਤਮਾ ਵੇਖਦਾ ਪਿਆ ਹੈ। ਪਰ ਤੇਰੇ ਕੀਤੇ ਕਰਮਾਂ ਦਾ ਹਿਸਾਬ ਉਹ ਲੈਂਦਾ ਹੈ। ਅਨਕਾਏ ਰਾਤੜਿਆ ਵਾੜ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਵੈ ਤੇਰਾ ਸਦਾ ਪਛੋਤਾਵੇ। ਇਹ ਬਚਨ ਮਹਾਰਾਜ ਜੀਆਂ ਨੇ ਲਿਖੇ ਹਨ। ਤਲਬਾ ਪੌਸਨ ਆਕੀਆ ਬਾਕੀ ਜਿਨਾ ਰਹੀ। ਜਿਨ੍ਹਾਂ ਦੀ ਬਾਕੀ ਰਹਿ ਜਾਵੇਗੀ ਨਾ ਹਿਸਾਬ ਕਿਤਾਬ ਦੇ ਵਿੱਚ, ਮੰਨ ਲਓ ਵੀ ਹਿਸਾਬ ਹੋਇਆ ਹੈ, ਜਿਨ੍ਹਾਂ ਦੇ ਹਿਸਾਬ ਤੇ ਹੋ ਗਿਆ ਸਹੀ ਉਹ ਤੇ ਹੋ ਜਾਣਗੇ ਮੁਕਤ। ਪਰ ਜਿਨ੍ਹਾਂ ਦੀ ਬਾਕੀ ਰਹੀ, ਮੰਨ ਲਓ ਵੀ ਹਿਸਾਬ ਬਾਕੀ ਰਹਿ ਗਿਆ, ਹੁਣ ਬਾਣੀਏ ਨੇ ਹਿਸਾਬ ਕੀਤਾ ਨਾ 10,000 ਰੁਪਈਆ ਬਣ ਗਿਆ ਹੈ ਤੇ ਦੇਣ ਵਾਲੇ ਨੇ 8,000 ਦਿੱਤਾ, ਜਿਹੜਾ 2,000 ਮਗਰ ਰਹਿ ਗਿਆ ਨਾ ਬਾਣੀਏ ਨੇ ਛੱਡ ਨਹੀਂ ਦੇਣਾ, ਉਹਨੇ ਆਖਣਾ ਵੀ ਇਹ ਤਰ੍ਹਾਂ ਲਿਖਿਆ ਪਿਆ ਹੀ, ਇਹਨੂੰ ਵਿਆਜ ਵੀ ਹੁਣ ਪੈਂਦਾ ਰਹਿਣਾ ਹੈ। ਜਦੋਂ ਪੂਰੇ ਨਿਬੇੜ ਕੇ ਜਾਵੇਂਗਾ ਉਦੋਂ ਗੱਲ ਖਤਮ ਹੋਣੀ ਹੈ। ਐਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਉਹ ਜਿਹੜਾ ਧਰਮ ਰਾਜਾ ਹੈ ਨਾ ਉਹ ਤੇਰੇ ਪਾਪ ਤੇ ਪੁੰਨਾਂ ਦੀ ਗਿਣਤੀ ਕਰੇਗਾ, ਕਿੰਨੇ ਪਾਪ ਨੇ ਕਿੰਨੇ ਪੁੰਨ ਨੇ, ਚੰਗੇ ਕਰਮ ਕਿੰਨੇ ਮਾੜੇ ਕਰਮ ਕਿੰਨੇ। ਤੇ ਜਿਨ੍ਹਾਂ ਦੀ ਬਾਕੀ ਰਹਿ ਜਾਵੇਗੀ ਵੀ ਅਜੇ ਪੂਰਾ ਹਿਸਾਬ ਕਿਤਾਬ ਨਹੀਂ ਹੋਵੇਗਾ ਪਰ ਵੱਧ ਜਾਵੇ, ਮਾੜੇ ਕਰਮ ਵੱਧ ਜਾਣਗੇ, ਤੇ ਫਿਰ ਤਲਬਾਂ ਪੌਸਣ, ਤਲਬਾਂ ਤੋਂ ਭਾਵ ਹੈ ਸੱਦਾ, ਤੇ ਪੌਸਣ ਤੋਂ ਭਾਵ ਹੈ ਆਉਂਦਾ ਰਹੇਗਾ। ਫਿਰ ਸੱਦਾ ਆਉਂਦਾ ਹੀ ਰਹੇਗਾ, ਇੱਕ ਜਨਮ ਵਿੱਚ ਆਵੇਗਾ, ਹਿਸਾਬ ਕਿਤਾਬ ਜਿਹੜਾ ਰਹਿ ਗਿਆ ਨਾ ਨਿਬੇੜਨ ਵਾਸਤੇ ਉਹਦਾ ਫਿਰ ਸੱਦਾ ਆਵੇਗਾ ਵੀ ਆ ਜਾ ਭਾਈ ਟਾਈਮ ਪੂਰਾ ਹੋ ਗਿਆ ਹੀ। ਫਿਰ ਜਾਵੇਗਾ ਮਰ ਕੇ, ਦੁਬਾਰਾ ਫਿਰ ਜਿਹੜੇ ਕਰਮ ਰਹਿ ਗਏ ਨੇ ਉਹਨਾਂ ਨੂੰ ਭੋਗਣ ਵਾਸਤੇ ਫਿਰ ਦੁਨੀਆ ਤੇ ਆਵੇਗਾ, ਫਿਰ ਉਹਦਾ ਸੱਦਾ ਆਵੇਗਾ ਵੀ ਆ ਜਾ ਭਾਈ ਤੇਰਾ ਫਿਰ ਸਮਾਂ ਪੂਰਾ ਹੋ ਗਿਆ ਹੀ। ਤਲਬਾਂ ਪੌਸਣ, ਤਲਬਾਂ ਤੋਂ ਭਾਵ ਹੈ ਗੁਰਮੁਖੋ ਸੱਦੇ ਆਉਣੇ, ਆਵਾਜ਼ਾਂ ਪੈਣੀਆਂ ਵੀ ਚੱਲ ਭਾਈ ਤੈਨੂੰ 50 ਸਾਲ ਦਾ ਸਮਾਂ ਦਿੱਤਾ, ਤੇਰੇ ਇੰਨੇ ਕਰਮ ਬਾਕੀ ਨੇ। ਜਿਵੇਂ ਬਾਣੀਆਂ ਕਹਿੰਦਾ ਹੈ ਨਾ ਤੇਰਾ 2,000 ਰੁਪਈਆ ਬਾਕੀ ਹੈ, ਚੱਲ ਤੈਨੂੰ ਸਾਲ ਦਾ ਸਮਾਂ ਦਿੱਤਾ, ਮੋੜ ਨਹੀਂ ਸਾਲ ਦੇ ਵਿੱਚ। ਹੁਣ ਸਾਲ ਦੇ ਵਿੱਚ ਮੋੜਦਾ ਤੇ ਪਿਆ ਹੈ ਪਰ ਫਿਰ ਵੀ ਕੁਝ ਬਾਕੀ ਦਾ, ਕੁਝ ਨਾਲ ਹੋਰ ਜੁੜ ਗਏ, ਉਹ 2 ਦਾ 4,000 ਬਣ ਗਿਆ। 4,000 ਵਿੱਚੋਂ 3 ਮੋੜਦਾ ਪਿਆ, 1,000 ਫਿਰ ਬਾਕੀ ਰਹਿ ਗਿਆ। ਉਹ ਕਹਿਣ ਲੱਗਾ ਚੱਲ ਕੋਈ ਨਹੀਂ ਅਗਲੇ ਸਾਲ ਫਿਰ ਸਹੀ। ਉਹ ਵੱਧਦੇ ਜਾਂਦੇ ਕਦੇ ਘਟਦੇ ਜਾਂਦੇ। ਇਸ ਤਰ੍ਹਾਂ ਧਰਮਰਾਜ ਦੇ ਦਰਬਾਰ ਵਿੱਚ ਕਦੇ ਪਾਪ ਕਰਮ ਅੱਗੇ ਹੋ ਗਏ, ਕਦੇ ਪੁੰਨ ਕਰਮ ਅੱਗੇ ਹੋ ਗਏ। ਪੁੰਨ ਵਾਲਾ ਵੀ ਨਹੀਂ ਛੁੱਟਦਾ ਤੇ ਪਾਪ ਵਾਲਾ ਵੀ ਨਹੀਂ ਛੁੱਟਦਾ। ਜਿਹੜਾ ਪਾਪ ਕਰਦਾ ਹੈ ਉਹਨੂੰ ਤੇ ਨਰਕਾਂ ਦੀ ਸਜ਼ਾ, ਜਿਹੜਾ ਪੁੰਨ ਕਰਦਾ ਉਹਨੂੰ ਸਵਰਗਾਂ ਦਾ ਸੁੱਖ ਹੈ, ਪਰ ਮੁਕਤੀ ਦੋਵਾਂ ਨੂੰ ਨਹੀਂ ਹੈ। ਵਿਦਵਾਨਾਂ ਨੇ ਬੜੀ ਸੋਹਣੀ ਇੱਕ ਸਾਨੂੰ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਕੈਦੀ ਨੂੰ ਬੰਨ੍ਹਣ ਵਾਸਤੇ, ਮੁਜਰਮ ਨੂੰ ਬੰਨ੍ਹਣ ਵਾਸਤੇ ਲੋਹੇ ਦੀ ਹੱਥ ਘੜੀ ਮਾਰੀ ਜਾਂਦੀ ਹੈ, ਤੇ ਜੇ ਮੰਨ ਲਓ ਕੋਈ ਬੰਦਾ ਅਮੀਰ ਹੋਵੇ, ਰਾਜਾ ਹੀ ਹੋਵੇ, ਤੇ ਉਹਨੂੰ ਫਿਰ ਸੋਨੇ ਦੀ ਹੱਥ ਘੜੀ ਮੰਨ ਲਓ ਕੋਈ ਮਾਰ ਲਵੇ। ਵੈਸੇ ਸੋਨੇ ਦੀ ਹੱਥ ਘੜੀ ਕੋਈ ਨਹੀਂ ਮਾਰਦਾ, ਅਗਲਾ ਸੋਚਦਾ ਵੀ ਜੇ ਇਹ ਭੱਜ ਗਿਆ ਨਾਲ ਹੱਥ ਘੜੀ ਵੀ ਲੈ ਕੇ ਇਹਨੇ ਭੱਜ ਜਾਣਾ, ਮਾਰਦਾ ਕੋਈ ਨਹੀਂ ਹੈ। ਪਰ ਇੱਕ ਉਦਾਹਰਨ ਦਿੰਦੇ ਨੇ ਵੀ ਹੱਥ ਘੜੀ ਭਾਵੇਂ ਸੋਨੇ ਦੀ ਮਾਰ ਲਓ, ਹੈ ਤੇ ਮਹਿੰਗੀ ਪਰ ਬੰਨ ਤੇ ਉਹਨੇ ਵੀ ਲਿਆ ਨਾ, ਤੇ ਲੋਹੇ ਵਾਲੀ ਸਸਤੀ ਹੈ, ਬੰਨ ਉਹਨੇ ਵੀ ਲਿਆ ਹੈ। ਭਾਵੇਂ ਬੰਦਾ ਪਾਪ ਕਰਮ ਕਰਦਾ ਹੈ ਇਹ ਲੋਹੇ ਦੀ ਬੇੜੀ ਹੈ, ਭਾਵੇਂ ਪੁੰਨ ਕਰਦਾ ਇਹ ਸੋਨੇ ਦੀ ਬੇੜੀ ਹੈ। ਮੁਕਤ ਦੋਵਾਂ ਨੇ ਨਹੀਂ ਹੋਣ ਦੇਣਾ। ਪਾਪ ਵਾਲੀ ਨੇ ਦੁੱਖ ਦੇਣੇ ਨੇ ਤੇ ਪੁੰਨ ਵਾਲੀ ਨੇ ਸੁੱਖ ਦੇਣੇ ਨੇ, ਦੋਵਾਂ ਨੇ ਬੰਨ੍ਹ ਕੇ ਰੱਖਣਾ ਹੈ। ਕਦੇ ਅਮੀਰ ਘਰ ਵਿੱਚ ਪੈਦਾ ਹੋਵੇਗਾ, ਜੇ ਪੁੰਨ ਚੰਗੇ ਹੋ ਗਏ ਕਿਸੇ ਰਾਜੇ ਘਰ ਵਿੱਚ ਪੈਦਾ ਹੋ ਜਾਏਗਾ, ਆਪਣੇ ਕੀਤੇ ਕਰਮਾਂ ਦਾ ਸੁੱਖ ਲਵੇਗਾ। ਉੱਥੇ ਫਿਰ ਬੰਦਾ ਪਾਪ ਵੀ ਕਰਦਾ, ਜਦੋਂ ਬੰਦੇ ਕੋਲ ਪਾਵਰ ਆ ਜਾਵੇ, ਤਾਕਤ ਆ ਜਾਵੇ, ਫਿਰ ਬੰਦਾ ਪਾਪ ਵੀ ਕਰਦਾ ਹੈ। ਜਦੋਂ ਪਾਪ ਵੱਧ ਗਏ ਫਿਰ ਕਿਸੇ ਇਹੋ ਜਿਹੀ ਜੂਨ ਵਿੱਚ ਪਵੇਗਾ ਵੀ ਉਹ ਪਾਪਾਂ ਦਾ ਲੇਖਾ ਦੇਣਾ ਪਵੇਗਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਲੇਖਾ ਜਿਹਾ ਮੁੱਕਦਾ ਹੀ ਨਹੀਂ ਹੈ। ਤਲਬਾਂ ਪੌਸਣ, ਤਲਬਾਂ ਕਹੀਏ ਆਵਾਜ਼ਾਂ, ਸੱਦੇ, ਇਹ ਸੱਦੇ ਪੈਂਦੇ ਹੀ ਰਹਿਣਗੇ। ਕਦੇ ਕਿਸੇ ਜਨਮ ਵਿੱਚ ਭੇਜਿਆ ਉੱਥੋਂ ਆਵਾਜ਼ ਪੈ ਗਈ, ਦੂਜੇ ਜਨਮ ਵਿੱਚ ਭੇਜਿਆ ਉੱਥੋਂ ਆਵਾਜ਼ ਪੈ ਗਈ। ਇਸ ਤਰ੍ਹਾਂ ਉਹਦਾ ਕਾਰਨ ਇਹ ਹੈ ਕਿ ਤੇਰੀ ਇਹ ਜੇ ਬਾਕੀ ਰਹਿੰਦੀ ਪਈ ਹੈ ਨਾ, ਜੇ ਹਿਸਾਬ ਕਿਤਾਬ ਬਰਾਬਰ ਹੋਇਆ ਨਹੀਂ, ਖਤਮ ਨਹੀਂ ਹੋਇਆ ਹੈ, ਜਿੰਨਾ ਚਿਰ ਹਿਸਾਬ ਖਤਮ ਨਹੀਂ ਹੁੰਦਾ ਉਹਨਾਂ ਚਿਰ ਜਨਮਾਂ ਵਿੱਚ ਮਿਲਦੇ ਰਵਾਂਗੇ, ਔਰ ਜਨਮਾਂ ਵਿੱਚੋਂ ਧਰਮਰਾਜ ਦੀਆਂ ਆਵਾਜ਼ਾਂ ਪੈਂਦੀਆਂ ਰਹਿੰਦੀਆਂ ਹਨ। ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਅਜ਼ਰਾਈਲ ਨਾਮ ਦਾ ਫਰਿਸ਼ਤਾ ਹੈ ਨਾ, ਹੋਸੀ ਆਏ ਤਈ, ਤੇਰੇ ਸਿਰ ਦੇ ਉੱਪਰ ਆ ਕੇ ਖਲੋਤਾ ਹੈ। ਮਿਰਤ ਹਸੈ ਸਿਰ ਉੱਪਰ ਹੈ, ਪਸੂਆ ਨਹੀਂ ਬੂਝੈ, ਬਾਣੀ ਦਾ ਬਚਨ ਹੈ। ਮੌਤ ਦਾ ਫਰਿਸ਼ਤਾ ਬੰਦਿਆ ਤੇਰੇ ਸਿਰ ਤੇ ਆ ਕੇ ਖਲੋਤਾ ਹੋਇਆ, ਪਰ ਤੈਨੂੰ ਸਮਝ ਕੋਈ ਨਹੀਂ ਆਉਂਦੀ ਹੈ। ਕੇਲ ਕਰੇਂਦੇ ਹੰਝਨੋ ਅਚਿੰਤੇ ਬਾਜ ਪਏ, ਬਾਜ ਉੜਦਾ ਪਿਆ ਆਕਾਸ਼ ਦੇ ਵਿੱਚ,
ਬਗਲਾ ਬੈਠਾ ਥੱਲੇ, ਬਗਲੇ ਦਾ ਧਿਆਨ ਥੱਲੇ ਹੀ ਹੈ ਡੱਡੀ ਮੱਛੀ ਖਾਣ ਵੱਲ। ਬਗਲੇ ਨੇ ਧੌਣ ਕਰਕੇ ਉੱਪਰ ਵੇਖਿਆ ਹੀ ਨਹੀਂ ਵੀ ਮੇਰੇ ਉੱਪਰ ਮੇਰਾ ਵੀ ਸ਼ਿਕਾਰ ਕਰਨ ਵਾਲਾ ਉੱਡਦਾ ਪਿਆ, ਕਿਉਂਕਿ ਉਹਦਾ ਧਿਆਨ ਥੱਲੇ ਖਾਣ ਵਿੱਚ ਹੈ। ਬਿਲਕੁਲ ਇਸੇ ਤਰ੍ਹਾਂ ਸਾਡਾ ਵੀ ਧਿਆਨ ਥੱਲੇ ਵਾਲੇ ਪਾਸੇ ਹੀ ਹੈ ਵੀ ਕਿੱਥੋਂ ਕੀ ਲੈਣਾ ਹੈ, ਕਿੱਥੇ ਕੀ ਦੇਣਾ ਹੈ। ਧਿਆਨ ਸਾਡਾ ਵੀ ਪਦਾਰਥਾਂ ਵੱਲ ਹੈ। ਬਾਜ ਦੇ ਵਾਂਗ ਮੌਤ ਸਾਡੇ ਸਿਰ ਉੱਪਰ ਆਉਂਦੀ ਪਈ ਹੈ, ਪਰ ਸਾਨੂੰ ਦਿਸਦੀ ਨਹੀਂ ਪਈ ਹੈ। ਮਹਾਰਾਜ ਕਹਿਣ ਲੱਗੇ ਅਜਰਾਈਲ ਫਰਿਸ਼ਤਾ, ਮੌਤ ਦੇ ਫਰਿਸ਼ਤੇ ਦਾ ਨਾਮ ਗ੍ਰੰਥਕਾਰਾਂ ਨੇ ਕਿਹਾ ਕਿ ਉਹ ਜਿਹੜਾ ਅਜਰਾਈਲ ਫਰਿਸ਼ਤਾ ਹੈ, ਹੋਸੀ ਆਏ ਤਈ, ਗੁਰਮੁਖਾ ਉਹ ਤੇਰੇ ਤੱਕ ਸਮਝ ਲਾ ਆਇਆ ਹੀ ਲੈ, ਤੇਰੇ ਤੱਕ ਪਹੁੰਚਣ ਵਾਲਾ ਹੀ ਹੈ। ਐਸਾ ਉਸ ਦਾ ਪ੍ਰਭਾਵ ਲਿਖਿਆ ਹੈ। ਮੁਸਲਮਾਨ ਧਾਰਮਿਕ ਗ੍ਰੰਥਾਂ ਵਿੱਚ 4 ਤਰ੍ਹਾਂ ਦੇ ਫਰਿਸ਼ਤੇ ਲਿਖੇ ਨੇ। ਜਿਹੜੇ ਫਰਿਸ਼ਤੇ ਦਾ ਆਪਾਂ ਨਾਮ ਸੁਣਦੇ ਨਾ ਵੀ ਅਜਰਾਈਲ, ਇਹਦੇ ਤਰ੍ਹਾਂ ਦੇ 3 ਹੋਰ ਵੀ ਨੇ, ਕੁੱਲ ਗਿਣਤੀ 4 ਹੈ। ਵਿਦਵਾਨ ਕਹਿੰਦੇ ਨੇ ਅਜਰਾਈਲ ਫਰਿਸ਼ਤਾ ਉਹ ਹੈ ਜਿਹਨੂੰ ਮੌਤ ਦਾ ਦੇਵਤਾ ਮੰਨਿਆ ਇਸਲਾਮ ਦੇ ਵਿੱਚ, ਵੀ ਜਿਹਦੀ ਮੌਤ ਆਵੇ ਤੇ ਇਹ ਲੈਣ ਆਉਂਦਾ। ਤੇ ਉਸ ਤੋਂ ਬਾਅਦ ਵਿੱਚ ਦੂਜਾ ਜਿਹੜਾ ਫਰਿਸ਼ਤਾ ਹੈ ਉਸ ਨੂੰ ਇਸਰਾਇਲ ਕਿਹਾ ਹੈ। ਇੱਕ ਅਜਰਾਇਲ ਹੈ, ਦੂਜਾ ਹੈ ਇਸਰਾਇਲ। ਇਸਰਾਇਲ ਦੀ ਡਿਊਟੀ ਇਹ ਲਾਈ ਹੈ ਖੁਦਾ ਨੇ ਕਿ ਜਿਸ ਵੇਲੇ ਮਹਾ ਪਰਲੋ ਆਵੇਗੀ ਨਾ, ਜਦੋਂ ਦੁਨੀਆ ਦਾ ਖਾਤਮਾ ਹੋਣ ਲੱਗੇਗਾ, ਉਦੋਂ ਇਹ ਜਿਹੜਾ ਫਰਿਸ਼ਤਾ ਹੈ ਇਹ ਨਰਸਿੰਘੇ ਦੀ ਆਵਾਜ਼ ਕੱਢੇਗਾ। ਜਿਵੇਂ ਨਰਸਿੰਘਾ ਵਜਾਇਆ ਜਾਂਦਾ, ਨਰਸਿੰਘਾ ਇੱਕ ਸਾਜ਼ ਦਾ ਨਾਮ ਹੈ, ਉਹਨੂੰ ਵਜਾਇਆ ਜਾਂਦਾ, ਉਹਦੀ ਆਵਾਜ਼ ਬੜੀ ਸੋਹਣੀ ਹੁੰਦੀ ਹੈ। ਕਹਿਣ ਲੱਗੇ ਵੀ ਇਹ ਜਿਹੜਾ ਇਸਰਾਇਲ ਨਾਮ ਦਾ ਫਰਿਸ਼ਤਾ ਹੈ ਇਹ ਨਰਸਿੰਘੇ ਦੀ ਉਸ ਵੇਲੇ ਆਵਾਜ਼ ਕੱਢੇਗਾ, ਧੁਨ ਕੱਢੇਗਾ, ਤੇ ਦੁਨੀਆ 'ਤੇ ਮਹਾਪਰਲੋ ਆ ਜਾਏਗੀ, ਦੁਨੀਆ ਸਾਰੀ ਖਤਮ ਹੋ ਜਾਏਗੀ। ਇਹਦੇ ਕੋਲ ਇੰਨੀ ਪਾਵਰ ਹੈ। ਅਜਰਾਇਲ ਤੇ ਇੱਕ ਨੂੰ ਲੈ ਕੇ ਜਾਂਦਾ ਹੈ, ਇਹ ਪੂਰੀ ਦੁਨੀਆ ਨੂੰ ਖਤਮ ਕਰੇਗਾ। ਇਸਲਾਮ ਦਾ ਧਾਰਮਿਕ ਗ੍ਰੰਥ ਇਹ ਗੱਲ ਕਹਿੰਦਾ ਹੈ ਕਿ ਜਦੋਂ ਇਹ ਇਸਰਾਇਲ ਨਾਮ ਦਾ ਫਰਿਸ਼ਤਾ ਨਰਸਿੰਘਾ ਵਜਾਵੇਗਾ, ਜਿਹੜੇ ਕਬਰਾਂ ਦੇ ਵਿੱਚ ਮੁਰਦੇ ਪਏ ਨੇ ਉਹਨਾਂ ਦੀਆਂ ਆਤਮਾ ਵੀ ਉਸ ਵੇਲੇ ਉੱਠ ਪੈਣਗੀਆਂ ਜਾਣ ਵਾਸਤੇ। ਤਾਂ ਇਸਲਾਮ ਦੇ ਵਿੱਚ ਸਰੀਰ ਨੂੰ ਦਫਨਾਇਆ ਜਾਂਦਾ ਹੈ, ਸਾੜਿਆ ਨਹੀਂ ਜਾਂਦਾ। ਉਹ ਆਮ ਹੀ ਇਹ ਗੱਲ ਕਹਿੰਦੇ ਵੀ ਜਦੋਂ ਫਰਿਸ਼ਤੇ ਦੀ ਆਵਾਜ਼ ਪਵੇਗੀ ਉਦੋਂ ਇਹ ਸਾਰੇ ਮੁਰਦੇ ਉੱਠ ਪੈਣਗੇ। ਇਸ ਨੂੰ ਮੌਤ ਦਾ ਫਰਿਸ਼ਤਾ ਲਿਖਿਆ ਹੈ। ਜਦੋਂ ਇਹ ਧੁਨ ਵਜਾਏਗਾ ਸਾਰੀ ਦੁਨੀਆ ਵਿੱਚ ਖਾਤਮਾ ਹੋ ਜਾਏਗਾ, ਲਹਿਤਾ ਹੋ ਜਾਏਗੀ, ਬਚੇਗਾ ਕੋਈ ਨਹੀਂ। ਜਿਹੜੇ ਕਬਰਾਂ ਵਿੱਚ ਪਏ ਹੋਏ ਮੁਰਦੇ ਉਹ ਵੀ ਉੱਠ ਕੇ ਤੁਰ ਪੈਣਗੇ। ਇਹਦੇ ਤੋਂ ਬਾਅਦ ਵਿੱਚ ਗੁਰਮੁਖੋ ਅੱਗੇ ਹੈ ਮਿਕਾਈਲ ਨਾਮ ਦਾ ਫਰਿਸ਼ਤਾ, ਅਜਰਾਈਲ, ਅਤੇ ਉਸ ਤੋਂ ਬਾਅਦ ਹੈ ਇਸਰਾਇਲ, ਤੇ ਤੀਜੇ ਨੰਬਰ 'ਤੇ ਹੈ ਮਿਕਾਈਲ। ਕਹਿਣ ਲੱਗੇ ਇਹ ਜਿਹੜਾ ਫਰਿਸ਼ਤਾ ਹੈ ਇਹਦੀ ਡਿਊਟੀ ਪਰਮਾਤਮਾ ਨੇ ਇਹ ਲਾਈ ਹੈ ਵੀ ਤੂੰ ਸਾਰਿਆਂ ਨੂੰ ਰਿਜ਼ਕ ਪਹੁੰਚਾਉਣਾ ਹੈ, ਸਾਰਿਆਂ ਨੂੰ ਰੋਜੀ ਰੋਟੀ ਦੇਣੀ ਹੈ, ਛਕਣ ਵਾਸਤੇ ਭੋਜਨ ਪ੍ਰਸ਼ਾਦਾ। ਇਹਦਾ ਇਹ ਕੰਮ ਪਰਮਾਤਮਾ ਨੇ ਲਾਇਆ ਹੋਇਆ। ਤੇ ਚੌਥੇ ਨੰਬਰ 'ਤੇ ਹੈ ਜਬਰਾਈਲ ਨਾਮ ਦਾ ਫਰਿਸ਼ਤਾ, ਜਿਸ ਨੂੰ ਜਬਰਾਈਲ ਕਿਹਾ ਜਾਂਦਾ ਹੈ। ਇਹਦਾ ਕੰਮ ਪਰਮਾਤਮਾ ਨੇ ਇਹ ਲਾਇਆ ਹੈ ਵੀ ਤੂੰ ਖੁਦਾ ਦਾ ਸੰਦੇਸ਼ ਲਿਆ ਕੇ ਤੇ ਅੱਗੇ ਪੈਗੰਬਰਾਂ ਨੂੰ ਦੇਣਾ ਹੈ। ਜਿਹੜਾ ਖੁਦਾ ਹੈ ਨਾ, ਜਿਸ ਨੇ ਦੁਨੀਆ ਬਣਾਈ ਹੈ, ਉਹਦਾ ਸੰਦੇਸ਼ ਕੀ ਹੈ, ਹੁਕਮ ਕੀ ਹੈ, ਉਹ ਅੱਗੇ ਲਿਆ ਕੇ ਅਵਤਾਰਾਂ ਨੂੰ ਦੱਸਣਾ ਹੈ ਵੀ ਪਰਮਾਤਮਾ ਇਹ ਕਹਿੰਦਾ ਪਿਆ ਭਾਈ ਇੱਦਾਂ ਕਰੋ। ਉਹਦਾ ਨਾਮ ਲਿਖਿਆ ਹੈ ਜਬਰਾਈਲ ਫਰਿਸ਼ਤਾ। ਸੋ ਇਸ ਤਰ੍ਹਾਂ ਮਹਾਨ ਕੋਸ਼ ਦੇ ਕਰਤਾ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ। ਅਜਰਾਈਲ ਫਰਿਸ਼ਤਾ ਮੌਤ ਦਾ ਸੱਦਾ ਦੇਣ ਵਾਲਾ, ਇਸਰਾਇਲ ਨਾਮ ਦਾ ਫਰਿਸ਼ਤਾ ਜਿਹੜਾ ਮਹਾਪਰਲੋ ਵੇਲੇ ਨਰਸਿੰਘੇ ਦੀ ਆਵਾਜ਼ ਕੱਢੇਗਾ, ਕਬਰਾਂ ਵਿੱਚ ਪਏ ਮੁਰਦੇ ਵੀ ਜਿਹੜੇ ਉਹਦੇ ਨਾਲ ਤੁਰ ਪੈਣਗੇ, ਸਾਰੀ ਦੁਨੀਆ ਖਤਮ ਹੋ ਜਾਏਗੀ। ਤੀਜੇ ਨੰਬਰ ਦਾ ਫਰਿਸ਼ਤਾ ਜਿਸ ਨੂੰ ਮਿਕਾਈਲ ਕਿਹਾ ਜਾਂਦਾ ਹੈ, ਜਿਹੜਾ ਸਾਰਿਆਂ ਨੂੰ ਰਿਜ਼ਕ ਪਹੁੰਚਾਉਂਦਾ ਹੈ। ਤੇ ਚੌਥੇ ਨੰਬਰ ਦਾ ਫਰਿਸ਼ਤਾ ਜਿਸ ਨੂੰ ਜਬਰਾਈਲ ਕਿਹਾ ਜਾਂਦਾ ਹੈ, ਜਿਹੜਾ ਖੁਦਾ ਦਾ ਪੈਗਾਮ ਲਿਆ ਕੇ ਅੱਗੇ ਪੈਗੰਬਰਾਂ ਨੂੰ ਦਿੰਦਾ ਹੈ। ਮਹਾਰਾਜ ਇੱਥੇ ਕਹਿਣ ਲੱਗੇ ਬਚਨ ਇਹ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਅਜਰਾਈਲ ਫਰਿਸ਼ਤਾ ਹੁਸੀ ਆਏ ਤਈ, ਉਹ ਮੌਤ ਦਾ ਫਰਿਸ਼ਤਾ ਭਾਈ ਪਿਆਰਿਆ ਤੇਰੇ ਸਿਰ ਤੇ ਆ ਕੇ ਖਲੋਤਾ ਹੈ, ਪਰ ਤੈਨੂੰ ਅਜੇ ਸਮਝ ਨਹੀਂ ਆਉਂਦੀ ਹੈ। ਸੁਝਈ ਭੀੜੀ ਗਲੀ ਫਹੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਮਾਂ ਦੀ ਜਿਹੜਾ ਜਮਾਂ ਦਾ ਮਾਰਗ ਹੈ ਨਾ, ਉਹ ਮਾਰਗ ਇੰਨਾ ਭੀੜਾ ਹੈ, ਉਹ ਭੀੜੀ ਗਲੀ ਤੇਰੇ ਗਲ ਵਿੱਚ ਪਈ ਹੋਈ ਹੈ। ਸੋ ਜਮ ਮਾਰਗ ਰੂਪੀ ਭੀੜੀ ਗਲੀ ਵਿੱਚ ਜਿੰਦ ਤੇਰੀ ਫਸੀ ਹੋਈ ਹੈ। ਜਿੱਥੋਂ ਤੈਨੂੰ ਜਮ ਲੈ ਕੇ ਜਾਣਗੇ ਨਾ, ਉਹ ਭਾਈ ਰਸਤਾ ਬੜਾ ਭੀੜਾ ਹੈ, ਬੜਾ ਦੁਖਦਾਈ ਹੈ। ਅਤੇ ਇਸੇ ਤਰ੍ਹਾਂ
ਉਹ ਫਾਈ ਤੇਰੇ ਗਲ ਵਿੱਚ ਪਈ ਹੋਈ ਹੈ। ਭੀੜੇ ਰਸਤੇ ਜਿੱਥੋਂ ਜਮਾ ਨੇ ਲੈ ਕੇ ਜਾਣਾ, ਉਹ ਫਾਈ ਤੇਰੇ ਗਲ ਵਿੱਚ ਪਈ ਹੋਈ ਹੈ। ਊੜ ਨਿਖੁੱਟੇ ਨਾਨਕਾ ਊੜਕ ਸੱਚ ਰਹੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜਾ ਕੂੜ ਝੂਠ ਹੈ ਨਾ, ਉਸਨੇ ਨਾਸ ਹੋ ਹੀ ਜਾਣਾ ਹੈ। ਝੂਠ ਦੇ ਆਪਾਂ ਕਹਿੰਦੇ ਪੈਰ ਨਹੀਂ ਹੁੰਦੇ। ਝੂਠ ਅੱਜ ਵੀ ਖਤਮ ਹੈ, ਕੱਲ੍ਹ ਵੀ ਖਤਮ ਹੈ। ਜੇ ਅੱਜ ਕੱਲ੍ਹ ਨਹੀਂ ਪਤਾ ਲੱਗੇਗਾ, ਸਾਲ ਨੂੰ 2 ਸਾਲਾਂ ਨੂੰ ਝੂਠ ਦਾ ਖਾਤਮਾ ਹੋ ਜਾਂਦਾ ਹੈ। ਕੂੜ ਨਿਖੁੱਟੇ, ਕੂੜ ਨੇ ਨਿਖੁੱਟ ਜਾਣਾ, ਮੁੱਕ ਜਾਣਾ, ਖਤਮ ਹੋ ਜਾਣਾ ਹੈ। ਤੇ ਕੀ ਹੋਵੇਗਾ? ਓੜਕ ਸੱਚ ਰਹੀ, ਅੰਤ ਨੂੰ ਸੱਚ ਹੀ ਰਹਿਣਾ ਹੈ। ਅੰਤ ਨੂੰ ਸੱਚ ਹੀ ਹੋਣਾ ਹੈ। ਕਿਉਂ ਹੋਣਾ ਹੈ? ਕਿਉਂਕਿ ਮਹਾਰਾਜ ਕਹਿਣ ਲੱਗੇ ਆਦ ਸੱਚ ਜੁਗਾਦ ਸੱਚ ਹੈ ਭੀ ਨਾਨਕ। ਇਹ ਬਚਨ, ਕਿਉਂਕਿ ਪ੍ਰਮਾਤਮਾ ਖੁਦ ਸੱਚ ਸਰੂਪ ਹੈ, ਇਸ ਕਰਕੇ ਸੱਚ ਸਰੂਪ ਪ੍ਰਮਾਤਮਾ ਹੈ ਤੇ ਸੱਚ ਹੀ ਦੁਨੀਆ ਤੇ ਰਹਿਣਾ ਹੈ। ਝੂਠ ਨੇ ਨਾਸ ਹੋ ਜਾਣਾ ਹੈ। ਕੂੜ ਨਿਖੁੱਟੇ ਨਾਨਕਾ, ਝੂਠ ਨੇ ਨਿਖੁੱਟ ਜਾਣਾ, ਮੁੱਕ ਜਾਣਾ ਹੈ। ਊੜਕ ਸੱਚ ਰਹੀ, ਅਖੀਰ ਨੂੰ ਸੱਚ ਦਾ ਹੀ ਡੰਕਾ ਵੱਜਣਾ ਹੈ। ਪੌੜੀ ਹਰ ਕਾ ਸਭ ਸਰੀਰ ਹੈ, ਹਰ ਰਬ ਰਹਿਆ ਸਭ ਆਪੈ। ਗੁਰਮੁਖੋ, ਇਹ ਜਿਹੜਾ ਸਰੀਰ ਹੈ ਨਾ, ਭਾਵੇਂ ਸਾਡਾ ਸਰੀਰ ਹੈ, ਭਾਵੇਂ ਕੋਈ ਵੀ ਦੁਨੀਆ ਤੇ ਜੀਵ ਬਣਿਆ ਹੈ, ਕੀੜੀਆਂ ਬਣੀਆਂ, ਕੀੜੇ ਮਕੌੜੇ ਬਣੇ, ਪਸ਼ੂ ਪੰਛੀ ਬਣੇ, ਮਨੁੱਖ ਬਣੇ, ਇਹ ਜਿੰਨੇ ਵੀ ਸਰੀਰ ਨੇ, ਇਹ ਸਾਰੇ ਸਰੀਰ ਪਰਮਾਤਮਾ ਦੇ ਬਣਾਏ ਹੋਏ। ਹਰ ਕਾ ਸਭ ਸਰੀਰ ਹੈ, ਸਰੀਰਕ ਆਦਿਕ ਸਭ ਕੁਝ ਹੀ ਹਰੀ ਪਰਮਾਤਮਾ ਦਾ ਹੈ। ਹਰ ਰਵਿਆ ਸਭ ਆਪੇ, ਸਾਰੇ ਸਰੀਰਾਂ ਵਿੱਚ ਉਹ ਪਰਮਾਤਮਾ ਆਪ ਬੈਠਾ ਹੈ। ਹਰ ਕੀ ਕੀਮਤ ਨਾ ਪਵੈ। ਹਰੀ ਪਰਮਾਤਮਾ ਦੀ ਕੀਮਤ ਅੰਤ ਨਹੀਂ ਕੋਈ ਪਾ ਸਕਦਾ ਹੈ। ਕੋਈ ਬੰਦਾ ਕਿੰਨਾ ਮਰਜ਼ੀ ਤਾਕਤ ਵਾਲਾ ਹੋ ਜਾਵੇ, ਪਰਮਾਤਮਾ ਦਾ ਕੋਈ ਅੰਤ ਨਹੀਂ, ਕੋਈ ਕੀਮਤ ਨਹੀਂ ਹੈ। ਕਿਛ ਕਹਿਣ ਨਾ ਜਾਪੈ, ਅਤੇ ਨਾ ਹੀ ਕੁਝ ਕਿਹਾ ਜਾ ਸਕਦਾ ਹੈ। ਅੰਤ ਪਾਉਣਾ ਤੇ ਦੂਰ ਦੀ ਗੱਲ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਭਾਵੇਂ ਕੰਮ ਨਾ ਕਰਨਾ ਆਉਂਦਾ ਹੋਵੇ, ਗਿਆਨ ਭਾਵੇਂ ਨਾ, ਪਰ ਗੱਲਾਂ ਵਿੱਚ ਅਸੀਂ ਬੜਾ ਕੁਝ ਕਰ ਦਿੰਦੇ। ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਪਰਮਾਤਮਾ ਦੀ ਕੀਮਤ ਕੋਈ ਪਾ ਨਹੀਂ ਸਕਦਾ। ਜਾ ਕੇ ਪਾਉਣੀ ਤੇ ਦੂਰ ਦੀ ਗੱਲ ਹੈ, ਤੁਸੀਂ ਗੱਲਾਂ ਨਾਲ ਵੀ ਕੀਮਤ ਨਹੀਂ ਪਾ ਸਕਦੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਮਰਜ਼ੀਆਂ ਗੱਲਾਂ ਕਰੀ ਚੱਲੋ ਉਹਦੀ ਵਡਿਆਈ ਦੀਆਂ, ਤੁਸੀਂ ਗੱਲਾਂ ਦੇ ਨਾਲ ਵੀ ਉਹਦੀ ਕੀਮਤ ਨਹੀਂ ਪਾ ਸਕਦੇ। ਕਿਛ ਕਹਿਣ ਨਾ ਜਾਪੈ, ਉਹਦੀ ਵਡਿਆਈ ਵਿੱਚ ਕੁਝ ਕਿਹਾ ਨਹੀਂ ਜਾ ਸਕਦਾ ਹੈ। ਗੁਰ ਪ੍ਰਸਾਦੀ ਸਾਲਾਹੀ ਹੈ। ਗੁਰਾਂ ਦੀ ਕਿਰਪਾ ਦੇ ਨਾਲ ਜਿਸ ਵੇਲੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਫਿਰ ਉਸ ਦੀ ਸਲਾਹੁਤਾ ਹੁੰਦੀ ਹੈ। ਪਰਮਾਤਮਾ ਦੀ ਸਿਫਤ ਐਵੇਂ ਨਹੀਂ ਹੁੰਦੀ, ਗੁਰੂ ਕਿਰਪਾ ਕਰੇ ਤਾਂ ਹੁੰਦੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ। ਪਾਤਸ਼ਾਹ ਇਹ ਸਿਫਤ ਸਲਾਹ ਤਾਂ ਹੋਈ ਹੈ ਕਿਉਂਕਿ ਜਿਸ ਨੂੰ ਬਖਸ਼ੇ, ਜਿਹਨੂੰ ਤੁਸੀਂ ਬਖਸ਼ਿਸ਼ ਕੀਤੀ ਸਤਿਗੁਰੂ ਕਿਰਪਾ ਕਰਕੇ, ਇਹ ਸਿਫਤ ਉਹੀ ਕਰ ਸਕਿਆ ਹੈ। ਜਿਹਨੂੰ ਬਖਸ਼ਦਾ ਨਹੀਂ ਉਹ ਕਿਵੇਂ ਕਰੇਗਾ? ਜਿਸ ਨੂੰ ਬਖਸ਼ੇ, ਜਿਹਨੂੰ ਆਪ ਬਖਸ਼ਿਸ਼ ਕਰਦਾ ਹੈ ਆਪਣੀ ਸਿਫਤ ਸਲਾਹ, ਉਹ ਫਿਰ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਗੁਰ ਪ੍ਰਸਾਦੀ ਸਾਲਾਹੀ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਫਿਰ ਉਸ ਦੀ ਸਿਫਤ ਹੁੰਦੀ ਹੈ, ਫਿਰ ਉਸ ਨੂੰ ਸਲਾਹੀਦਾ ਹੈ। ਹਰ ਭਗਤੀ ਰਾਪੈ। ਅਤੇ ਫਿਰ ਉਹ ਜਿਹੜੇ ਗੁਰਮੁਖ ਨੇ ਭਗਤੀ ਵਿੱਚ ਰਾਪੇ ਕਹੀਏ ਤਦਾਕਾਰ ਹੋ ਜਾਂਦੇ, ਲਿਵਲੀਨ ਹੋ ਜਾਂਦੇ ਭਗਤੀ ਵਿੱਚ, ਚੌਂਕੜਾ ਮਾਰ ਕੇ ਬੈਠ ਜਾਂਦੇ, ਨੇਤਰ ਬੰਦ ਹੋ ਗਏ ਤੇ ਫਿਰ ਉਸ ਵੇਲੇ ਭਗਤੀ ਵਿੱਚ ਲੀਨ ਹੋ ਜਾਂਦੇ। ਪਰ ਕਿਵੇਂ ਹੁੰਦੇ? ਕਹਿਣ ਲੱਗੇ ਗੁਰ ਪ੍ਰਸਾਦੀ, ਜੇ ਗੁਰੂ ਕਿਰਪਾ ਕਰੇ ਤਾਂ ਇਹ ਦਾਤ ਮਿਲਦੀ ਹੈ। ਸਭ ਮਨ ਤਨ ਹਰਿਆ ਹੋਇਆ। ਉਹਨਾਂ ਗੁਰਮੁਖਾਂ ਦਾ ਮਨ ਤੇ ਤਨ ਸ਼ੁਭ ਗੁਣਾਂ ਨਾਲ ਹਰਿਆ ਹੋ ਜਾਂਦਾ ਹੈ। ਜਿਹੜੇ ਗੁਣ ਨੇ ਨਾ, ਸਤ, ਸੰਤੋਖ, ਦਇਆ, ਧਰਮ, ਇਹ ਸ਼ੁਭ ਗੁਣ ਨੇ। ਇਹਨਾਂ ਦੇ ਨਾਲ ਮਨ ਵੀ ਹਰਿਆ ਹੋ ਗਿਆ, ਖੁਸ਼ ਹੋ ਗਿਆ, ਤਨ ਵੀ ਹਰਿਆ ਹੋ ਗਿਆ, ਪ੍ਰਫੁੱਲਤ ਹੋ ਗਿਆ। ਐਸੀ ਦਾਤ ਮਿਲਦੀ ਹੈ। ਅਹੰਕਾਰ ਗਵਾਪੈ। ਤੇ ਜਿਹੜਾ ਹੰਕਾਰ ਹੈ ਉਹ ਗਵਾਪੇ ਕੀਏ ਚਲਾ ਜਾਂਦਾ ਹੈ। ਹੰਕਾਰ ਨਹੀਂ ਰਹਿੰਦਾ ਹੈ, ਪਰ ਹੰਕਾਰ ਕਿੱਥੇ ਗਿਆ? ਉਹ ਗੁਰੂ ਨੇ ਕਿਰਪਾ ਕੀਤੀ ਤਾਂ ਗਿਆ ਹੈ। ਗੁਰੂ ਕਿਰਪਾ ਬਿਨਾਂ ਹੰਕਾਰ ਵੀ ਨਹੀਂ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਤੇ ਹੰਕਾਰ ਤਾਂ ਭੱਜਦਾ ਹੈ। ਸਭ ਕਿਛ ਹਰ ਕਾ ਖੇਲ ਹੈ। ਮਹਾਰਾਜ ਕਹਿਣ ਲੱਗੇ ਭਾਈ, ਇਹ ਜੋ ਕੁਝ ਵੀ ਹੋ ਰਿਹਾ ਨਾ, ਇਹ ਸਭ ਕੁਝ ਪਰਮਾਤਮਾ ਦੀ ਖੇਡ ਹੈ। ਬਾਜੀਗਰ ਜੈਸੇ ਬਾਜੀ ਪਾਈ, ਜਿਵੇਂ ਬਾਜੀਗਰ ਬਾਜੀ ਪਾਉਂਦਾ, ਖੇਡ ਵਿਖਾਉਂਦਾ, ਕਈ ਤਰ੍ਹਾਂ ਦੇ ਕੱਪੜੇ, ਕਈ ਤਰ੍ਹਾਂ ਦੇ ਬਰਤਨ, ਕਈ ਤਰ੍ਹਾਂ ਦੀਆਂ ਖੇਡਾਂ ਵਿਖਾ ਦਿੰਦਾ ਹੈ। ਪਰਮਾਤਮਾ ਵੀ ਇੱਕ ਬਾਜੀਗਰ ਹੀ ਹੈ, ਜਿਹਨੇ ਦੁਨੀਆ ਦੀ ਇਹ ਬਾਜੀ ਪਾਈ ਹੋਈ ਹੈ।
ਸਭ ਕਿਛ ਹਰ ਕਾ ਖੇਲ ਹੈ। ਇਹ ਸਭ ਕੁਝ ਹਰੀ ਦੀ ਇੱਕ ਖੇਡ ਹੈ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੈ ਬੁਝਾਈ। ਪਰ ਗੁਰਮੁਖੋ ਇਹ ਸਮਝ ਕਿਸੇ ਕਿਸੇ ਨੂੰ ਆਈ ਹੈ। ਕਿਹਨੂੰ ਆਈ ਹੈ? ਕਹਿੰਦੇ ਜੀ ਗੁਰਮੁਖਾਂ ਨੂੰ ਸਮਝ ਆਈ ਹੈ। ਮਨਮੁਖਾਂ ਨੂੰ ਤੇ ਇਹ ਹੁੰਦਾ ਵੀ ਜੋ ਕੁਝ ਹੋ ਰਿਹਾ ਸਭ ਕੁਝ ਸੱਚ ਹੀ ਹੈ, ਪਰ ਗੁਰਮੁਖਾਂ ਨੂੰ ਇਹ ਪਤਾ ਲੱਗ ਗਿਆ ਵੀ ਨਹੀਂ, ਇਹ ਤੇ ਇੱਕ ਖੇਡ ਹੈ, ਇੱਕ ਚਲਤ ਹੈ ਪਰਮਾਤਮਾ ਦਾ, ਇਹ ਤੇ ਕੌਤਕ ਕਰਦਾ ਹੈ। ਸ਼ਲੋਕ ਮਹੱਲਾ ਪਹਿਲਾ। ਸਤਿਗੁਰੂ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਜਦੋਂ ਆਪਾਂ ਇਹ ਵਾਰ ਦਾ ਪਾਠ ਕਰਦੇ ਹਾਂ, ਜਦੋਂ ਵੀ ਇਹ ਵਾਰ ਪੜ੍ਹਨੀ ਹੈ, ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦਾ ਹੁਕਮ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਅਖੀਰ ਦੇ ਵਿੱਚ ਇਸ ਪੰਕਤੀ ਦਾ ਪਾਠ ਕੀਤਾ ਜਾਂਦਾ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਸ ਪੌੜੀ ਦੀਆਂ ਪੰਕਤੀਆਂ ਤਾਂ ਪੂਰੀਆਂ ਹੁੰਦੀਆਂ, ਨਹੀਂ ਤੇ ਇੱਕ ਪੰਕਤੀ ਹਰ ਸ਼ਲੋਕ ਦੇ ਵਿੱਚ ਘਟਦੀ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਹੈ ਇਸ ਬਚਨ ਨੂੰ ਕਹਿਣਾ, ਇਹ ਸੱਚੇ ਪਾਤਸ਼ਾਹ ਤੂੰ ਵਾਹੋ ਹੈ, ਤੂੰ ਧਨ ਹੈ, ਤੂੰ ਧਨ ਹੈ, ਤੇਰੀ ਨਾਈ ਕਹੀਏ ਸ਼ੋਭਾ ਉਹ ਵੀ ਧਨ ਹੈ, ਐਸੀ ਵਡਿਆਈ ਦਾ ਤੂੰ ਮਾਲਕ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ, ਦਿਓ ਸੱਜਣ ਅਸੀਸੜੀਆਂ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਹੜ੍ਹ ਪੀੜਤਾਂ ਵਾਸਤੇ ਆਪਣੇ ਗੁਰਦੁਆਰਾ ਸਾਹਿਬ ਤੋਂ ਰਾਸ਼ਨ ਦੀ ਸੇਵਾ, ਬਿਸਤਰਿਆਂ ਦੀ ਸੇਵਾ ਹੋ ਰਹੀ ਹੈ। ਜਿਹੜੀਆਂ ਸੰਗਤਾਂ ਸੁੱਕੇ ਰਾਸ਼ਨ ਦੀ ਸੇਵਾ ਕਰ ਸਕਦੀਆਂ, ਜਿਵੇਂ ਆਟਾ ਦਾਲ ਵਗੈਰਾ ਮਸਾਲੇ ਇਤਿਆਦਿਕ, ਜਾਂ ਜਿਹੜੇ ਬਿਸਤਰੇ, ਕੋਈ ਚਾਦਰ, ਕੋਈ ਕੰਬਲ ਖੇਸ ਵਗੈਰਾ ਦੀ ਸੇਵਾ, ਉਹ ਸੰਗਤਾਂ ਗੁਰਦੁਆਰੇ ਸਾਹਿਬ ਪਹੁੰਚਾ ਸਕਦੀਆਂ ਹਨ। ਜਿਹੜੇ ਗਲ ਵਿੱਚ ਪਾਉਣ ਵਾਲੇ ਕੱਪੜੇ ਨੇ, ਉਹਨਾਂ ਦੇ ਬਾਬਤ ਬੇਨਤੀ ਇਹ ਹੈ ਵੀ ਗਲ ਵਿੱਚ ਪਾਉਣ ਵਾਲੇ ਕੱਪੜੇ ਨਾ ਭੇਜੋ, ਕਿਉਂਕਿ ਇਹਨਾਂ ਕੱਪੜਿਆਂ ਨੂੰ ਕੋਈ ਵੀ ਅੱਗੇ ਲੈ ਨਹੀਂ ਰਿਹਾ ਹੈ। ਤਨ ਵਿੱਚ ਪਾਉਣ ਵਾਲੇ ਕੱਪੜੇ ਨਹੀਂ, ਪਰ ਤੁਸੀਂ ਬਿਸਤਰੇ ਵਗੈਰਾ ਜਿਹੜੇ ਨੇ ਉਹ ਭੇਜ ਸਕਦੇ ਹੋ, ਤੇ ਰਾਸ਼ਨ ਭੇਜਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ